ਜਦੋਂ ਦਾ ਇੱਕ ਪਰਿਵਾਰ ਦੇ ਪ੍ਰਬੰਧ ਵਿੱਚ ਸਾਡਿਆਂ ਇਹਨਾਂ ਸ਼੍ਰੋਮਣੀ ਸੰਸਥਾਵਾਂ ਦਾ ਆਇਆ, ਉਦੋਂ ਤੋਂ ਇਹ ਸੰਸਥਾਵਾਂ ਸਾਡੀਆਂ ਨਿਘਾਰ ਵੱਲ ਗਈਆਂ ਨੇ। ਜਥੇਦਾਰਾਂ ਦਾ ਵੀ ਇਹ ਦੁਖਾਂਤ ਰਿਹਾ ਕਿ ਜਿਹੜੇ ਸਾਡੇ ਤਖਤਾਂ ਦੇ ਜਥੇਦਾਰ ਸੀ, ਜਦੋਂ ਇੱਕ ਪਾਰਟੀ ਇੱਕ ਦਲ ਵੱਲੋਂ ਲਾਏ ਜਾਣਗੇ, ਇੱਕ ਧੜੇ ਵੱਲੋਂ, ਤਾਂ ਉਹਨਾਂ ਨੂੰ ਆਪਣੇ ਆਕਾਵਾਂ ਦਾ ਖਿਆਲ ਰੱਖਣਾ ਪੈਂਦਾ। ਉਹ ਨਿਰਪੱਖਤਾ ਨਾਲ ਫੈਸਲੇ ਨਹੀਂ ਲੈ ਸਕਦੇ। ਇਸ ਵੇਲੇ ਵੀ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਖਿਲਾਫ ਚੱਲ ਰਹੀਆਂ ਨੇ, ਬਹੁਤ ਸਾਰੇ ਇਲਜ਼ਾਮ ਤੁਹਾਡੇ ਤੇ ਲੱਗ ਰਹੇ ਨੇ ਕਿ ਪੰਥ ਨੂੰ ਦੋ ਫਾੜ ਕਰਨ ਦੀ ਕੋਸ਼ਿਸ਼ ਕਰ ਰਿਹਾ ਦਾਦੂਵਾਲ, ਪੰਥ ਦੇ ਅੱਗੇ ਚੁਣੌਤੀਆਂ ਪੈਦਾ ਕਰ ਰਿਹਾ ਦਾਦੂਵਾਲ। ਇਹ ਜਿਹੜੇ ਇਲਜ਼ਾਮ ਲੱਗ ਰਹੇ ਨੇ, ਇਹ ਇਲਜ਼ਾਮਾਂ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? लहजे में बदतमीजी, चेहरे पर नकाब लेकर फिरते हैं, जिनके खुद खाते खराब हैं वो मेरा हिसाब लेकर फिरते हैं। पंजाबी सूबा 1966 ਜਿਹੜਾ ਐਕਟ ਹੋਇਆ, ਪਾਸ ਹੋਇਆ, ਉਹਦੇ ਵਿੱਚ ਇਹ ਨਾਂ ਲਿਖਿਆ ਹੁੰਦਾ ਕਿ ਹਰਿਆਣਾ ਆਪਣੀ ਵੱਖਰੀ ਕਮੇਟੀ ਬਣਾ ਸਕਦਾ। ਲਿਖਾਇਆ ਤਾਂ ਇਹਨਾਂ ਨੇ, ਮੇਰਾ ਤਾਂ 1966 'ਚ ਜਨਮ ਨਹੀਂ ਸੀ ਹੋਇਆ, ਤੇ ਇਹਨਾਂ ਨੇ ਲਿਖਾਤਾ ਸੀਗਾ ਕਿ ਵੱਖਰੀ ਕਮੇਟੀ ਬਣਾਈ ਜਾ ਸਕਦੀ ਹੈ ਹਰਿਆਣੇ ਦੀ। तो ये सारा कुछ ਅੱਜ ਮੇਰੇ ਤੇ ਇਲਜ਼ਾਮ ਕਿਸ ਮੂੰਹ ਨਾਲ ਲਾ ਰਹੇ ਨੇ? ਹਰਿਆਣੇ ਦਾ ਪੈਸਾ ਤੁਸੀਂ ਉਚੇਚੇ ਤੌਰ ਤੇ ਕਿਹਾ ਕਿ ਗੁਰਦੁਆਰਿਆਂ ਦੀ ਜਿੰਨੀ ਵੀ ਗੋਲਕ ਦੀ ਮਾਇਆ ਹੈਗੀ ਉਹ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣੀ ਬੰਦ ਕਰ ਦਿੱਤੀ ਜਾਵੇ। ਜਿਸ ਤਰ੍ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਬਹੁਤ ਚਿਰ ਪਾਕਿਸਤਾਨ ਨੇ ਵੀ ਦੇਖਿਆ, ਉੱਥੇ ਵੱਸਦੇ ਸਿੱਖਾਂ ਨੇ ਵੀ, ਕਿ ਸ਼੍ਰੋਮਣੀ ਕਮੇਟੀ ਇੱਥੇ ਕੁਛ ਕਰੇਗੀ, ਪਰ ਇਹ ਜਾਂਦੇ ਸੀ ਗੁਰਪੁਰਬ ਮਨਾਉਣ ਵਾਸਤੇ ਤੇ ਉੱਥੋਂ ਜਿਹੜਾ ਚੜਾਵਾ ਬੂਰੇ ਭਰ ਕੇ ਲੈ ਆਉਂਦੇ ਸੀਗੇ। ਫਿਰ ਉਹਨਾਂ ਨੇ ਆਪਣੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣਾਈ। ਇਸੇ ਤਰ੍ਹਾਂ ਹਰਿਆਣੇ ਦੀਆਂ ਸੰਗਤਾਂ 1966 ਤੋਂ ਇਹ ਤਾਂ ਮਿਲ ਗਿਆ ਸੀ ਹੱਕ ਇਹਨਾਂ ਨੂੰ, ਹਰਿਆਣੇ ਦੇ ਸਿੱਖਾਂ ਨੂੰ, ਪਰ ਇਹਨਾਂ ਨੇ ਬਹੁਤ ਚਿਰ ਦੇਖਿਆ, 2000 ਤੱਕ ਦੇਖਦੇ ਰਹੇ, 30-35 ਸਾਲ ਦੇਖਦੇ ਰਹੇ ਕਿ ਸ਼੍ਰੋਮਣੀ ਕਮੇਟੀ ਕੁਛ ਕਰੇਗੀ। ਜਦੋਂ ਨਹੀਂ ਕੀਤਾ ਤਾਂ ਫਿਰ ਅਖੀਰ ਇਹਨਾਂ ਦੀ ਜਿਹੜੀ ਸੀ ਮੰਗ ਉੱਠੀ। ਮੇਰੇ ਤਾਂ ਜਨਮ ਤੋਂ ਵੀ ਪਹਿਲਾਂ ਦੀ ਮੰਗ ਆ। ਕਰੋਨਾ ਕਾਲ ਦੇ ਵਿੱਚ SGPC ਨੇ ਅਰਬਾਂ ਦਾ ਬਜਟ ਹੈ ਉਹਨਾਂ ਦਾ, 35% ਘਾਟੇ ਦਾ ਬਜਟ ਪਾਸ ਕੀਤਾ ਉਹਨਾਂ ਨੇ। ਆ ਜਿਹੜਾ ਇਸ ਪਿਛਲੇ ਸਾਲ ਦਾ ਕੀਤਾ, ਅਸੀਂ ਜਿਹੜਾ ਬਜਟ ਆ ਉਹ 25% ਵਾਧੇ ਦਾ ਪਾਸ ਕੀਤਾ। ਹੁਣ ਤੁਸੀਂ ਦੱਸੋ ਵੀ ਅਸੀਂ ਪ੍ਰਬੰਧਾਂ ਨੂੰ ਸੁਚੱਜਾ ਕੀਤਾ, ਕਰਪਸ਼ਨ ਰੋਕੀ, ਪੈਸੇ ਦੀ ਦੁਰਵਰਤੋਂ ਰੋਕੀ। ਹਰੇਕ ਗੁਰੂ ਘਰ ਦੀ 10-10, 15-15, 20-20 ਲੱਖ ਰੁਪਈਆ ਗੋਲਕ ਵੱਧ ਗਈ। ਉਹ ਤਾਂ ਹੀ ਵਧੀ ਕਿ ਅਸੀਂ ਕਰਪਸ਼ਨ ਰੋਕੀ, ਦੁਰਵਰਤੋਂ ਰੋਕੀ ਔਰ ਪ੍ਰਚਾਰ ਪ੍ਰਸਾਰ ਕੀਤਾ, ਸੰਗਤਾਂ ਦਾ ਭਰੋਸਾ ਵਧਿਆ। 2 ਸਾਲ ਮੈਨੂੰ ਮੁੱਖ ਸੇਵਾਦਾਰ ਬਣੇ ਨੂੰ ਹੋਏ ਆ। ਅਸੀਂ 2 ਸਾਲਾਂ ਦਾ ਸਾਲ ਦਾ ਕੈਲੰਡਰ ਜਾਰੀ ਕੀਤਾ, ਪਹਿਲੇ ਸਾਲ ਦਾ, ਐਰਕਾ ਦੂਜੇ ਸਾਲ ਦਾ। ਤੇ ਉਹ ਕਿਹੜਾ ਕੈਲੰਡਰ ਜਾਰੀ ਕੀਤਾ? ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਹੀ ਮੰਨਦੀ ਹੈ, ਹਰਿਆਣਾ ਕਮੇਟੀ ਵੀ ਉਹਨਾਂ ਨੂੰ ਮੰਨਦੀ ਹੈ। ਵੰਡੀਆਂ ਵਾਲੀ ਤਾਂ ਕਿਤੇ ਗੱਲ ਹੀ ਨਹੀਂ ਹੈ। ਇਹ ਵੀ ਗੱਲਾਂ ਆਪਾਂ ਪੜ੍ਹਦੇ ਰਹੇ ਹਾਂ ਕਿ ਯੂਨੀਅਨ ਇਜ਼ ਸਟਰੈਂਥ, ਛੋਟੀਆਂ-ਛੋਟੀਆਂ ਲੱਕੜੀਆਂ ਉਹਨਾਂ ਨੂੰ ਅਲੱਗ-ਅਲੱਗ ਤੋੜੋ ਤਾਂ ਟੁੱਟ ਜਾਂਦੀਆਂ, ਜਦੋਂ ਇਕੱਠਿਆਂ ਕਰਕੇ ਇੱਕ ਬੰਡਲ ਬਣਾਉਂਦੇ ਤੇ ਤੋੜਨਾ ਮੁਸ਼ਕਿਲ ਹੋ ਜਾਂਦਾ ਸੀਗਾ। ਲੱਗਦਾ ਨਹੀਂ ਕਿ ਇਹ ਛੋਟੀਆਂ-ਛੋਟੀਆਂ ਡੰਡੀਆਂ ਹੋ ਰਹੀਆਂ ਨੇ, ਇਹਨਾਂ ਨੂੰ ਤੋੜਨਾ ਆਸਾਨ ਹੋ ਜਾਵੇਗਾ। ਗੁਰਦੁਆਰਾ ਕਮੇਟੀਆਂ ਬਹੁਤ ਹੋ ਸਕਦੀਆਂ, ਸਭਾ ਸੁਸਾਇਟੀਆਂ ਬੜੀਆਂ ਹੋ ਸਕਦੀਆਂ, ਜਥੇਬੰਦੀਆਂ ਬਹੁਤ ਹੋ ਸਕਦੀਆਂ, ਪਰ ਸਾਡਾ ਧੁਰਾ ਇੱਕ ਹੈ, ਅਕਾਲ ਤਖਤ ਸਾਹਿਬ, ਗੁਰੂ ਗ੍ਰੰਥ ਸਾਹਿਬ ਮਹਾਰਾਜ। ਤੁਸੀਂ ਬਹੁਤ ਲੁੱਟ ਲਿਆ, ਲੈਂਡ ਮਾਫੀਆ, ਸੈਂਡ ਮਾਫੀਆ, ਡਰੱਗ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਬਹੁਤ ਕੁਝ ਤੁਸੀਂ ਲੁੱਟ ਲਿਆ। ਗੁਰੂ ਕੀਆਂ ਗੋਲਕਾਂ ਨੂੰ ਵੀ ਬਹੁਤ ਲੁੱਟ ਲਿਆ। ਹੁਣ ਵਾਸਤਾ ਰੱਬ ਦਾ, ਪੰਥ ਦਾ ਖਹਿੜਾ ਛੱਡ ਕੇ ਘਰੇ ਬਹਿ ਜਾਓ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪੰਜਾਬ ਦੀਆਂ ਸਿਆਸੀ ਫਿਜ਼ਾਵਾਂ ਦੇ ਵਿੱਚ ਵੱਖਰੀ ਚਰਚਾ ਚੱਲ ਰਹੀ ਹੈ, ਪਰ ਨਾਲ ਦੀ ਨਾਲ ਧਾਰਮਿਕ ਮਸਲੇ ਵੀ ਇਸ ਵਕਤ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ। ਬਹੁਤ ਸਾਰੀਆਂ ਚੀਜ਼ਾਂ ਲਗਾਤਾਰਤਾ ਦੇ ਵਿੱਚ ਹੋ ਰਹੀਆਂ, ਬਹੁਤ ਸਾਰੀਆਂ ਘਟਨਾਵਾਂ ਅਜਿਹੀਆਂ ਹੋ ਰਹੀਆਂ ਨੇ ਜਿਹੜੀਆਂ ਸਵਾਲ ਲੱਭ ਰਹੀਆਂ ਨੇ, ਜਵਾਬ ਵੀ ਲੱਭ ਰਹੀਆਂ ਨੇ, ਤੇ ਬਹੁਤ ਸਾਰੀਆਂ ਚੀਜ਼ਾਂ, ਚੁਣੌਤੀਆਂ ਪੰਥ ਦੇ ਸਾਹਮਣੇ ਵੀ ਹੈਗੀਆਂ। ਅੱਜ ਅਸੀਂ ਗੱਲਬਾਤ ਕਰਨੀ ਕਿਉਂਕਿ ਹਾਲ ਹੀ ਦੇ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਮਿਲ ਗਈ ਅਦਾਲਤ ਦੇ ਵੱਲੋਂ। ਸੁਪਰੀਮ ਕੋਰਟ ਦੇ ਵਿੱਚ ਜਾ ਕੇ ਮਾਮਲਾ ਕਹਿੰਦੇ ਕਿ ਉਲਝਿਆ ਹੋਇਆ ਸੀ, ਕਾਫੀ ਸਮੇਂ ਤੋਂ ਮਾਨਤਾ ਮਿਲੀ, ਤਾਂ ਬਹੁਤ ਸਾਰੀਆਂ ਸਮੱਸਿਆਵਾਂ, ਬਹੁਤ ਸਾਰੇ ਸਵਾਲ ਜਿਹੜੇ ਨੇ ਖੜੇ ਹੋ ਰਹੇ ਨੇ। ਇਸ ਵਕਤ ਅਸੀਂ ਭਾਈ ਬਲਜੀਤ ਸਿੰਘ ਦਾਦੂਵਾਲ ਦੇ ਨਾਲ ਬੈਠੇ ਹਾਂ, ਗੱਲਬਾਤ ਕਰਕੇ ਸਮਝਣਾ ਹੈਗਾ ਕਿ ਜਿਹੜੇ ਸਵਾਲ ਖੜੇ ਹੋ ਰਹੇ ਨੇ, ਕਿ ਪੰਥ ਦੇ ਵਿੱਚ ਇਸ ਵੇਲੇ ਦੋਹਰੀ ਰਾਜਨੀਤੀ ਹੋ ਰਹੀ ਹੈ, ਪੰਥ ਦੇ ਵਿੱਚ ਇਸ ਵੇਲੇ ਦੁਫਾੜ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਬਹੁਤ ਸਾਰੇ ਸਵਾਲ ਇੱਧਰਲੇ ਪਾਸੇ ਨੂੰ ਵੀ ਉੱਠ ਰਹੇ ਨੇ। ਗੱਲਬਾਤ ਕਰਨੀ ਹੈ। ਭਾਈ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ। ਧੰਨਵਾਦ ਜੀ ਹਰਦੀਪ ਸਿੰਘ ਜੀ, ਤੁਹਾਡੀ ਸਮੁੱਚੀ ਟੀਮ ਦਾ ਔਰ ਸਾਰੇ ਸਰੋਤਿਆਂ ਦਾ। ਸਾਰਿਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਦੂਵਾਲ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਕਿ ਪੰਥ ਦੇ ਸਾਹਮਣੇ ਚੁਣੌਤੀਆਂ ਕੀ ਹੈਗੀਆਂ ਨੇ ਇੱਥੇ? ਸਭ ਤੋਂ ਵੱਡੀ ਗੱਲ ਹੈ ਜਿਹੜੀ ਅੱਜ ਦੇ ਹਾਲਾਤ ਦੇ ਵਿੱਚ ਪੰਥ ਸਾਹਮਣੇ ਚੁਣੌਤੀ ਦੀ ਤੁਸੀਂ ਗੱਲ ਕੀਤੀ, ਬੜਾ ਸੋਹਣਾ ਸਵਾਲ ਹੈ। ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ ਸਾਡੇ ਪਾਵਨ ਤਖਤਾਂ ਤੇ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਦਾ ਪ੍ਰਬੰਧ, ਉਹਨਾਂ ਦੀ ਪੰਥ ਪ੍ਰਸਤੀ, ਪੰਥ ਦੇ ਹੱਕ ਵਿੱਚ ਫੈਸਲੇ। ਜਦੋਂ ਦਾ ਇੱਕ ਪਰਿਵਾਰ ਦੇ ਪ੍ਰਬੰਧ ਵਿੱਚ ਸਾਡਿਆਂ ਇਹਨਾਂ ਸ਼੍ਰੋਮਣੀ ਸੰਸਥਾਵਾਂ ਦਾ ਆਇਆ, ਉਦੋਂ ਤੋਂ ਇਹ ਸੰਸਥਾਵਾਂ ਸਾਡੀਆਂ ਨਿਘਾਰ ਵੱਲ ਗਈਆਂ ਨੇ। ਸਾਡੇ ਪਾਵਨ ਤਖਤਾਂ ਦਾ ਪ੍ਰਬੰਧ, ਜਿੱਥੇ ਕਦੇ ਜਥੇਦਾਰ ਅਕਾਲੀ ਫੂਲਾ ਸਿੰਘ ਵਰਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਤਲਬ ਕਰਨ ਦੀ ਯੁਰਤ ਰੱਖਦੇ ਸੀ, ਅੱਜ ਉਹਨਾਂ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ
ਆਪਣੇ ਇੱਕ ਚੌਕੀਦਾਰਾਂ ਦੀ ਤਰ੍ਹਾਂ ਵਰਤਿਆ ਗਿਆ। ਪਿਛਲੇ ਸਮੇਂ ਦੇ ਅੰਦਰ ਜਿਸ ਤਰ੍ਹਾਂ ਸਿੱਖ ਭਾਵਨਾਵਾਂ ਭੜਕਾਉਣ ਦੇ ਮਸਲੇ ਤੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਸਿੱਖ ਪੰਥ ਚੋਂ ਖਾਰਜ ਕੀਤਾ ਗਿਆ, ਉਹਦਾ ਬਾਈਕਾਟ ਕੀਤਾ ਗਿਆ, ਪਰ ਬਾਅਦ ਵਿੱਚ ਉਸ ਨੂੰ ਰਾਜਸੀ ਦਬਾਅ ਉਸ ਪਰਿਵਾਰ ਦੇ ਅੱਗੇ ਜਥੇਦਾਰਾਂ ਵੱਲੋਂ ਮਾਫੀਨਾਮਾ ਜਾਰੀ ਕੀਤਾ ਗਿਆ, ਜਿਸ ਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ। ਤਾਂ ਪੰਥ ਦੇ ਦਬਾਅ ਅੱਗੇ ਉਹ ਜਿਹੜਾ ਮਾਫੀਨਾਮਾ ਸੀ ਉਹਨੂੰ ਰੱਦ ਕਰਨਾ ਪਿਆ ਵਾਪਸ। ਕੀ ਤਖਤਾਂ ਦੇ ਹੁਕਮਨਾਮੇ ਵੀ ਰੱਦ ਹੁੰਦੇ ਨੇ? ਉੱਥੋਂ ਕਿਉਂ ਇਦਾਂ ਦੇ ਹੁਕਮ ਜਾਰੀ ਹੁੰਦੇ ਆ ਕਿ ਜਿਨ੍ਹਾਂ ਨੂੰ ਰੱਦ ਕਰਨਾ ਪਵੇ? ਉਹ ਤਾਂ ਰੱਦ ਕਰਨੇ ਪੈਂਦੇ ਕਿਉਂਕਿ ਉਹ ਗੁਰਬਾਣੀ, ਗੁਰ ਇਤਿਹਾਸ ਦੇ ਝਰੋਖੇ 'ਚੋਂ ਔਰ ਦੀਰਘ ਵਿਚਾਰਧਾਰਾ ਦੇ ਨਾਲ ਨਹੀਂ। ਭਾਵੇਂ ਹੁਕਮਨਾਮੇ 'ਚ ਲਿਖਿਆ ਜਾਂਦਾ ਜਥੇਦਾਰਾਂ ਵੱਲੋਂ ਕਿ ਦੀਰਘ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ, ਪਰ ਦੀਰਘ ਵਿਚਾਰ ਉਹਨਾਂ 'ਤੇ ਹੁੰਦੀ ਨਹੀਂ ਆ, ਜਿਸ ਕਾਰਨ ਕਰਕੇ ਇਸ ਤਰ੍ਹਾਂ ਦੇ ਫੈਸਲੇ ਸਾਡੇ ਸਾਹਮਣੇ ਆਏ ਤੇ ਉਹ ਮਾਫੀਨਾਮਾ ਹੋਇਆ। ਇਸ ਕਰਕੇ ਸਾਡੇ ਪਾਵਨ ਤਖਤ ਸਾਹਿਬਾਨਾਂ ਦੇ ਜਥੇਦਾਰ ਇੱਕ ਕੌਮ ਨੂੰ ਝੁਕਾਉਣ ਵਾਲੀ ਗੱਲ ਜਿਹੜੀ ਸੀ ਉਹ ਸਾਹਮਣੇ ਆਈ। ਤਖਤਾਂ ਦਾ ਪ੍ਰਬੰਧ ਸ਼੍ਰੋਮਣੀ ਸੰਸਥਾਵਾਂ, ਸਾਡੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦਾ ਪ੍ਰਬੰਧ ਸਵਾਲਾਂ ਦੇ ਘੇਰੇ 'ਚ ਰਿਹਾ ਕਿ ਇੱਕ ਪਰਿਵਾਰ ਦੀ ਪੁਸਤ ਪਣਾਈ ਦੇ ਵਿੱਚ ਹੀ ਉਹਨੇ ਸਮਾਂ ਬਰਬਾਦ ਕਰ ਦਿੱਤਾ। ਇੱਕ ਪਰਿਵਾਰ ਨੂੰ, ਇੱਕ ਧੜੇ ਨੂੰ, ਇੱਕ ਦਲ ਨੂੰ ਸਰਵਾਈਵ ਕਰਨ ਤੇ, ਉਹਨਾਂ ਨੂੰ ਆਕਸੀਜਨ ਦੇਣ ਤੇ, ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਨ ਤੇ ਲੱਗੇ ਰਹੇ। ਉਹਨਾਂ ਨੇ ਪੰਥ ਦਾ, ਪੰਜਾਬ ਦਾ, ਦੁਨੀਆ 'ਚ ਵੱਸਦੇ ਸਿੱਖਾਂ ਦਾ ਖਿਆਲ ਨਹੀਂ ਰੱਖਿਆ। ਇਸ ਕਰਕੇ ਸਭ ਤੋਂ ਵੱਡੀ ਪੰਥ ਸਾਹਮਣੇ ਚੁਣੌਤੀ ਹੈ ਆਪਣੇ ਪਾਵਨ ਤਖਤਾਂ ਦਾ ਪ੍ਰਬੰਧ, ਸ਼੍ਰੋਮਣੀ ਸੰਸਥਾਵਾਂ ਦਾ ਪ੍ਰਬੰਧ ਤੇ ਆਪਣੇ ਬੱਚਿਆਂ ਨੂੰ ਜਿਹੜਾ ਹੈ ਸਿੱਖੀ ਨਾਲ ਜੋੜਨਾ, ਖੁਦ ਜੁੜਨਾ ਤੇ ਜੋੜਨਾ। ਪਤਤ ਪੁਣਾ ਨਸ਼ੇ, ਡਰੱਗ ਹੈ ਜਿਹੜੀ, ਔਰ ਜਿਹੜਾ ਇੱਥੋਂ ਪਲਾਨ ਹੋ ਰਿਹਾ ਵਾ ਸਾਡੇ ਬੱਚਿਆਂ ਦਾ। +2 ਤੋਂ ਬਾਅਦ ਕੋਈ ਬੱਚਾ ਇੱਥੇ ਰਹਿਣਾ ਨਹੀਂ ਚਾਹੁੰਦਾ। ਪੰਜਾਬ ਨਾਲ ਲੱਗਦਾ ਹਰਿਆਣਾ, ਜਿਹੜੇ ਸਿੱਖ ਬੱਚੇ ਵੈਲ ਸੈਟਡ ਫੈਮਲੀਆਂ ਨੇ, ਉਹ 12ਵੀਂ ਤੋਂ ਬਾਅਦ +2 ਤੋਂ ਬਾਅਦ ਸਾਰੇ ਆਈਲੈਟਸ ਕਰਕੇ ਬਾਹਰ ਜਾ ਰਹੇ ਆ। ਉਹੀ ਇੱਥੇ ਰਹਿ ਜਾਂਦੇ, ਜਾਂ ਤਾਂ ਜਿਹੜੇ ਜਾਣਾ ਨਹੀਂ ਚਾਹੁੰਦੇ, ਜਾਂ ਜਿਹੜੇ ਉਹ ਪੈਸਾ ਅਫੋਰਡ ਨਹੀਂ ਕਰ ਸਕਦੇ, ਗਰੀਬੀ ਦੀ ਹਾਲਤ 'ਚ ਨੇ। ਜਿਹੜੇ ਪੈਸਾ ਅਫੋਰਡ ਕਰ ਸਕਦੇ ਆ, ਭਾਵੇਂ ਉਹ ਜ਼ਮੀਨ ਗਹਿਣੇ ਪਾ ਕੇ, ਭਾਵੇਂ ਲੋਨ ਲੈ ਕੇ, ਉਹ ਇੱਥੇ ਰਹਿਣਾ ਨਹੀਂ ਚਾਹੁੰਦੇ। ਇਹ ਸਾਡੇ ਸਾਹਮਣੇ ਮੈਂ ਸਮਝਦਾ ਪੰਥ ਦੇ ਅੱਗੇ ਵੱਡੀ ਚੁਣੌਤੀ ਕਿ ਅਸੀਂ ਉਹਨਾਂ ਨੂੰ ਸਹੀ ਸਿੱਖਿਆ ਨਹੀਂ ਦੇ ਸਕੇ, ਸਹੀ ਰੁਜ਼ਗਾਰ ਨਹੀਂ ਦੇ ਸਕੇ, ਸਹੀ ਮੈਡੀਕਲ ਸੇਵਾਵਾਂ ਨਹੀਂ ਦੇ ਸਕੇ। ਤੁਸੀਂ ਇੱਕ ਬੜਾ ਅਹਿਮ ਵਿਸ਼ਾ ਟੁੰਬਿਆ ਇਸ ਦੌਰਾਨ ਕਿ ਜਿਹੜਾ ਪੰਥ ਦੇ ਨਾਮ ਤੇ ਸੰਦੇਸ਼ ਜਾਰੀ ਹੁੰਦਾ, ਜਿਹੜਾ ਜਥੇਦਾਰ ਸਾਹਿਬ ਦੀ ਜਿਹੜੀ ਉਪਾਧੀ ਹੈਗੀ ਆ ਸ੍ਰੀ ਅਕਾਲ ਤਖਤ ਸਾਹਿਬ ਦੀ, ਉੱਥੋਂ ਪੰਥ ਦੇ ਨਾਮ ਜਿਹੜਾ ਉਦੇਸ਼ ਜਾਰੀ ਹੁੰਦਾ, ਸੰਦੇਸ਼ ਜਾਰੀ ਹੁੰਦਾ, ਲੱਗਦਾ ਕਿ ਉਹਦੀ ਵੀ ਉਨੀ ਗਰਿਮਾ ਨਹੀਂ ਰਹੀ, ਉਨਾ ਉਹਦਾ ਅਸਰ ਨਹੀਂ ਰਿਹਾ, ਜਾਂ ਉਹਦੇ ਪ੍ਰਭਾਵ ਨੂੰ ਵੀ ਹੌਲੀ ਹੌਲੀ ਇਹ ਸਿਆਸੀ ਪ੍ਰਭਾਵ ਹੇਠ ਆਣ ਕੇ ਘੱਟ ਕਰ ਦਿੱਤਾ ਗਿਆ ਕਿ ਹੁਣ ਜੇ ਕੋਈ ਸੰਦੇਸ਼ ਜਾਰੀ ਹੁੰਦਾ ਕੌਮ ਦੇ ਨਾਮ ਤੇ ਤਾਂ ਉਹਨੂੰ ਉਨੇ ਸੀਰੀਅਸਨੈਸ ਨਾਲ ਨਹੀਂ ਲਿਆ ਜਾਂਦਾ? ਦੇਖੋ 1978 ਵੇਲੇ ਇੱਕ ਹੁਕਮ ਜਾਰੀ ਹੋਇਆ ਸੀਗਾ ਨਕਲੀ ਨਿਰੰਕਾਰੀਆਂ ਬਾਰੇ। ਪੰਥ ਨੇ ਸਿਰ ਝੁਕਾ ਕੇ ਮੰਨਿਆ ਤੇ ਅੱਜ ਤੱਕ ਪੰਥ ਸਿਰ ਝੁਕਾ ਕੇ ਮੰਨਦਾ। ਕਿਤੇ ਵੀ ਉਹਦੇ ਚੂਣਤਾਈ ਦੀ ਗੱਲ ਸਾਹਮਣੇ ਨਹੀਂ ਆਈ। ਜੇ ਆਈ ਸੀ ਕਿਤੇ ਵੀ ਇੱਕ ਅੱਧੇ ਆਗੂ ਵੱਲੋਂ ਤੇ ਉਹਦੇ ਤੇ ਸਖਤੀ ਨਾਲ ਪਹਿਰਾ ਲਿਆ ਗਿਆ। ਹੁਣ ਹਾਲਾਤ ਕੀ ਹੋ ਗਏ ਆ ਕਿ ਜਦੋਂ ਇੱਕ ਪਰਿਵਾਰ ਦਾ ਕਬਜ਼ਾ ਹੋਇਆ ਤੇ ਉਹ ਪਰਿਵਾਰ ਨੇ ਆਪਣੀ ਪੁਸਤ ਪਣਾਈ ਵਾਸਤੇ, ਆਪਣੇ ਸਹੁੜੇ ਰਾਜਸੀ ਹਿੱਤਾਂ ਵਾਸਤੇ ਜਥੇਦਾਰਾਂ ਨੂੰ ਵਰਤਿਆ। ਤੇ ਜਦੋਂ ਨਿਰਪੱਖ ਫੈਸਲਿਆਂ ਦੀ ਜਗ੍ਹਾ ਗੁਰਬਾਣੀ, ਗੁਰ ਇਤਿਹਾਸ ਦੇ ਝਰੋਖਿਆਂ 'ਚੋਂ ਦੀਰਘ ਵਿਚਾਰਧਾਰਾ ਤੋਂ ਬਿਨਾਂ ਹੁਕਮਨਾਮੇ ਆਉਣ ਲੱਗੇ ਤਾਂ ਉਹਨਾਂ ਦੀ ਸੀਰੀਅਸਨੈਸ ਜਿਹੜੀ ਉਹ ਕੌਮ ਵਿੱਚ ਘਟ ਗਈ। ਕੌਮ ਬਹੁਤਾ ਖਿਆਲ ਹੀ ਨਹੀਂ ਦਿੰਦੀ, ਚਲੋ ਇਹ ਤਾਂ ਬਾਦਲਾਂ ਦੇ ਕਹਿਣ ਤੇ ਜਾਰੀ ਹੋਇਆ, ਕੋਈ ਨਹੀਂ ਬਾਦਲਾਂ ਨੇ ਕਰਵਾਇਆ। ਇਸ ਤਰ੍ਹਾਂ ਕਰਕੇ ਜਿਹੜਾ ਪੰਥ ਆ ਉਧਰ ਧਿਆਨ ਨਹੀਂ ਦਿੰਦਾ। ਸੋ ਇਸ ਕਾਰਨ ਕਰਕੇ ਇਹ ਜਥੇਦਾਰ ਸਾਹਿਬਾਨਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਸੀ। ਪਰ ਜਥੇਦਾਰਾਂ ਦਾ ਵੀ ਇਹ ਦੁਖਾਂਤ ਰਿਹਾ ਕਿ ਜਿਹੜੇ ਸਾਡੇ ਤਖਤਾਂ ਦੇ ਜਥੇਦਾਰ ਸੀ, ਜਦੋਂ ਇੱਕ ਪਾਰਟੀ, ਇੱਕ ਦਲ ਵੱਲੋਂ ਲਾਏ ਜਾਣਗੇ, ਇੱਕ ਧੜੇ ਵੱਲੋਂ, ਤਾਂ ਉਹਨਾਂ ਨੂੰ ਆਪਣੇ ਆਕਾਵਾਂ ਦਾ ਖਿਆਲ ਰੱਖਣਾ ਪੈਂਦਾ। ਉਹ ਨਿਰਪੱਖਤਾ ਨਾਲ ਫੈਸਲੇ ਨਹੀਂ ਲੈ ਸਕਦੇ। ਤਾਂ ਹੀ ਸ਼ੁਰੂ ਤੋਂ ਸਾਡੀ ਇੱਕ ਗੱਲ ਰਹੀ, ਪੰਥ ਦੀ ਇਹ ਚੁਰੋਕਣੀ ਮੰਗ ਰਹੀ ਆ। ਗੱਲਾਂ ਬਾਤਾਂ ਇਹਦੇ ਤੇ ਹੋਈਆਂ, ਕਸਰਤ ਹੋਈ, ਪਰ ਇਹਦਾ ਰਿਜ਼ਲਟ ਕੋਈ ਨਹੀਂ ਕੱਢਿਆ ਗਿਆ। ਉਹ ਸੀ ਕਿ ਤਖਤਾਂ ਦੇ ਜਥੇਦਾਰਾਂ ਨੂੰ ਲਾਉਣ ਦੀ, ਉਹਨਾਂ ਨੂੰ ਹਟਾਉਣ ਦੀ ਕੋਈ ਕਾਰਜ ਪ੍ਰਣਾਲੀ, ਉਹਨਾਂ ਦਾ ਕਾਰਜ ਖੇਤਰ, ਅਧਿਕਾਰ ਖੇਤਰ, ਇਹ ਜਿਹੜੀ ਉਹਨਾਂ ਦੀ ਯੋਗਤਾ, ਇਹ ਸਾਰਾ ਕੁਝ ਧਿਆਨ 'ਚ ਰੱਖਿਆ ਜਾਵੇ ਕਿ ਜਥੇਦਾਰ ਲਗਾਉਣ ਦੀ ਤਾਕਤ ਕਿਹਦੇ ਕੋਲ ਆ, ਹਟਾਉਣ ਦੀ ਤਾਕਤ ਕਿਹਦੇ ਕੋਲ, ਉਹਨਾਂ ਦਾ ਕਾਰਜ ਖੇਤਰ ਕੀ ਆ, ਅਧਿਕਾਰ ਖੇਤਰ, ਉਹਨਾਂ ਦੀ ਉਪਜੀਵਕਾ ਕੀ ਆ। ਜਦੋਂ ਸਾਰੇ ਪੰਥ ਵੱਲੋਂ, ਕੌਮ ਵੱਲੋਂ ਜਥੇਦਾਰ ਲਾਏ ਜਾਣਗੇ ਤੇ ਉਹ ਪੰਥ ਤੇ ਕੌਮ ਨੂੰ ਧਿਆਨ 'ਚ ਰੱਖ ਕੇ ਫੈਸਲੇ ਲੈਣਗੇ। ਪਰ ਜਥੇਦਾਰ ਜਦੋਂ ਇੱਕ ਪਰਿਵਾਰ ਵੱਲੋਂ ਜਾਂ ਇੱਕ ਦਲ, ਇੱਕ ਧੜੇ ਵੱਲੋਂ ਲਾਏ ਜਾਣਗੇ ਤਾਂ ਉਹ ਇੱਕ ਦਲ ਦਾ, ਧੜੇ ਦਾ, ਪਰਿਵਾਰ ਦਾ ਖਿਆਲ ਰੱਖਣਗੇ। ਤਾਂ ਫਿਰ ਜਿਹੜਾ ਪੰਥ ਆ, ਜਿਹੜੀ ਕੌਮ ਹੈ ਦੁਨੀਆ 'ਚ ਵੱਸਦੀ, ਉਹਦੀ ਫਿਰ ਅਕਾਲ ਤਖਤ ਦੇ ਜਥੇਦਾਰਾਂ ਤੋਂ, ਉਹਨਾਂ ਦੇ ਹੁਕਮਨਾਮਿਆਂ ਤੋਂ ਧਿਆਨ ਜਿਹੜਾ ਹੈ, ਸੀਰੀਅਸਨੈਸ ਜਿਹੜੀ ਉਹ ਘਟੇਗੀ। ਤੁਸੀਂ ਕਿਉਂਕਿ ਤੁਹਾਡੀ ਅਸੀਂ ਗੱਲ ਕਰੀਏ, ਤੁਸੀਂ ਮਾਲਵੇ ਖੇਤਰ ਦੇ ਵਿੱਚ ਉਚੇਚੇ ਤੌਰ ਤੇ ਪ੍ਰਚਾਰ ਕਰਦੇ ਰਹੇ ਹੋ, ਤੁਹਾਡਾ ਸਿੱਧੇ ਤੌਰ ਤੇ
ਟਾਕਰਾ ਵੀ ਰਿਹਾ ਹੈਗਾ ਉਸ ਡੇਰੇ ਦੇ ਨਾਲ, ਜਿਸ ਡੇਰੇ ਨੂੰ ਲੈ ਕੇ ਤੁਸੀਂ ਅਕਸਰ ਜ਼ਿਕਰ ਕਰਦੇ ਰਹੇ ਹੋ ਕਿ ਡੇਰਾ ਸਿਰਸਾ ਨੇ ਬਹੁਤ ਨੁਕਸਾਨ ਕੀਤਾ ਸਿੱਖਾਂ ਦਾ, ਪੰਜਾਬ ਦਾ ਖਾਸ ਕਰਕੇ। ਤਾਂ ਇਸ ਵਕਤ ਜਿਸ ਤਰੀਕੇ ਦੇ ਹਾਲਾਤ ਨੇ, ਜਿਸ ਤਰੀਕੇ ਦੀ ਸਥਿਤੀ ਬਣੀ ਹੋਈ ਹੈ, ਇਸ ਵੇਲੇ ਵੀ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਖਿਲਾਫ ਚੱਲ ਰਹੀਆਂ ਨੇ, ਬਹੁਤ ਸਾਰੇ ਇਲਜ਼ਾਮ ਤੁਹਾਡੇ 'ਤੇ ਲੱਗ ਰਹੇ ਨੇ ਕਿ ਪੰਥ ਨੂੰ ਦੋ ਫਾੜ ਕਰਨ ਦੀ ਕੋਸ਼ਿਸ਼ ਕਰ ਰਿਹਾ ਦਾਦੂਵਾਲ, ਪੰਥ ਦੇ ਅੱਗੇ ਚੁਣੌਤੀਆਂ ਪੈਦਾ ਕਰ ਰਿਹਾ ਦਾਦੂਵਾਲ। ਇਹ ਜਿਹੜੇ ਇਲਜ਼ਾਮ ਲੱਗ ਰਹੇ ਨੇ, ਇਹ ਇਲਜ਼ਾਮਾਂ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? देखो, ਇਹਦੇ ਬਾਰੇ मैं अक्सर ये गल कहता हुन्ना कि लहजे में बदतमीजी चेहरे पर नकाब लेकर फिरते हैं, जिनके खुद खाते खराब हैं वो मेरा हिसाब लेकर फिरते हैं। जिन्हां ने सारा कुछ कीता, तख्तां नूं, जथेदारां नूं अपने निजी चौकीदारां वांगू वरतिया, सेवादारां वांगू वरतिया, श्रोमणी संस्थावां नूं रखेलां दी तरह वरतिया, पंथ दा ख्याल ही नहीं कीता। पंथ 'ਚ ਦਫਾੜ ਤਾਂ ਉਹਨਾਂ ਨੇ ਪਾਇਆ ਕਿ ਜਿਹੜੇ ਸਹੀ ਸਿੱਖ ਸੀ ਉਹ ਪਾਸੇ ਹੋ ਗਏ, ਜਿਹੜੇ ਪੰਥ ਦਰਦੀ ਸਿੱਖ ਸੀ ਉਹ ਪਾਸੇ ਹੋ ਗਏ, ਉਹਨਾਂ ਨੇ ਪਾਸੇ ਸੋਚਣਾ ਸ਼ੁਰੂ ਕਰ ਦਿੱਤਾ। ਹੁਣ ਜਿਹੜੀ ਗੱਲ ਤੋਂ ਮੇਰੇ ਤੇ ਇਲਜ਼ਾਮ ਲਾਇਆ ਜਾ ਰਿਹਾ ਕਿ ਹਰਿਆਣਾ ਕਮੇਟੀ ਦਾਦੂਵਾਲ ਨੇ ਵੱਖਰੀ ਕਰਵਾ ਦਿੱਤੀ, ਮੈਂ ਬੇਨਤੀ ਕਰਨੀ ਚਾਹੁੰਦਾ ਪੰਥ ਤੇ ਪੰਜਾਬ ਨੂੰ, ਹਰਿਆਣਾ ਨੂੰ, ਦੁਨੀਆ 'ਚ ਵੱਸਦੇ ਸਿੱਖਾਂ ਨੂੰ ਕਿ ਮੈਨੂੰ ਦੱਸਿਆ ਜਾਵੇ ਕਿ ਜਥੇਦਾਰ ਦਾਦੂਵਾਲ ਨੇ ਇਹ ਹਰਿਆਣਾ ਕਮੇਟੀ ਨਹੀਂ ਬਣਾਈ। ਹਰਿਆਣਾ ਕਮੇਟੀ ਜਿਹੜੀ ਹੈ ਹਰਿਆਣੇ ਦੀਆਂ ਸੰਗਤਾਂ ਦੀ ਮੰਗ ਸੀ ਲੰਬੇ ਸਮੇਂ ਤੋਂ। 2014 'ਚ ਹਰਿਆਣਾ ਸਰਕਾਰ ਨੇ ਇਹਨੂੰ ਹੋਂਦ ਵਿੱਚ ਲਿਆਂਦਾ, ਬਕਾਇਦਾ ਐਕਟ ਪਾਸ ਕੀਤਾ ਔਰ ਬਕਾਇਦਾ ਜਿਹੜਾ ਸੀਗਾ ਇਹਨੂੰ ਹੁਣ ਕਾਨੂੰਨੀ ਮਾਨਤਾ ਜਿਹੜੀ ਮਾਨਯੋਗ ਸੁਪਰੀਮ ਕੋਰਟ ਨੇ ਦਿੱਤੀ। ਤੇ ਮੰਗ ਤਾਂ ਉੱਠੀ ਜੇਕਰ ਜਿਹੜੇ ਅੱਜ ਇਲਜ਼ਾਮ ਲਾ ਰਹੇ ਆ ਉਹਨਾਂ ਨੇ ਵੱਖਰਾ ਪੰਜਾਬੀ ਸੂਬਾ ਬਣਾਇਆ। ਜੇਕਰ ਪੰਜਾਬੀ ਸੂਬਾ ਨਾ ਬਣਾਇਆ ਹੁੰਦਾ ਜਾਂ ਉਸ ਵੇਲੇ ਪੰਜਾਬੀ ਸੂਬਾ 1966 ਜਿਹੜਾ ਐਕਟ ਹੋਇਆ ਪਾਸ ਹੋਇਆ ਉਹਦੇ ਵਿੱਚ ਨਾਂ ਲਿਖਿਆ ਹੁੰਦਾ ਕਿ ਹਰਿਆਣਾ ਆਪਣੀ ਵੱਖਰੀ ਕਮੇਟੀ ਬਣਾ ਸਕਦਾ। ਲਿਖਾਇਆ ਤਾਂ ਇਹਨਾਂ ਨੇ, ਮੇਰਾ ਤਾਂ 1966 'ਚ ਜਨਮ ਵੀ ਨਹੀਂ ਸੀ ਹੋਇਆ ਤੇ ਇਹਨਾਂ ਨੇ ਲਿਖਾਤਾ ਸੀਗਾ ਕਿ ਵੱਖਰੀ ਕਮੇਟੀ ਬਣਾਈ ਜਾ ਸਕਦੀ ਹੈ ਹਰਿਆਣੇ ਦੀ। ਤੇ ਇਹ ਸਾਰਾ ਕੁਝ ਅੱਜ ਮੇਰੇ ਤੇ ਇਲਜ਼ਾਮ ਕਿਸ ਮੂੰਹ ਨਾਲ ਲਾ ਰਹੇ ਨੇ? ਇਹ ਤਾਂ ਸਿਰਫ ਮੈਂ ਪੰਥ ਦੀ, ਕੌਮ ਦੀ, ਧਰਮ ਪ੍ਰਚਾਰ ਪ੍ਰਸਾਰ ਦੀ ਗੱਲ ਕਰਦਾ ਔਰ ਮੈਂ ਬਾਦਲਾਂ ਦੀ ਜਿਹੜੀ ਹੈ ਸਰਪ੍ਰਸਤੀ ਨਹੀਂ ਮੰਨਦਾ। ਮੇਰੇ ਤੇ ਮੁਕੱਦਮੇ ਵੀ ਪਾਏ, ਜੇਲ੍ਹਾਂ 'ਚ ਵੀ ਡੱਕਿਆ, ਮੇਰਾ ਨੁਕਸਾਨ ਹਰ ਤਰ੍ਹਾਂ ਨਾਲ ਕੀਤਾ ਬਾਦਲ ਪਰਿਵਾਰ ਨੇ। ਤੇ ਇਸ ਕਾਰਨ ਕਰਕੇ ਮੈਂ ਉਹਨਾਂ ਦੀ ਸਰਪ੍ਰਸਤੀ ਨਹੀਂ ਮੰਨੀ, ਉਹਨਾਂ ਦੀ ਮਨੋਪਲੀ ਨਹੀਂ ਮੰਨੀ, ਉਹਨਾਂ ਦੀ ਧੌਂਸ ਨਹੀਂ ਮੰਨੀ। ਮੈਂ ਨੁਕਸਾਨ ਝੱਲਿਆ, ਜੇਲ੍ਹਾਂ ਝੱਲੀਆਂ, ਮੁਕੱਦਮੇ ਝੱਲੇ। ਇਸ ਕਾਰਨ ਕਰਕੇ ਉਹ ਮੇਰੇ ਤੇ ਇਲਜ਼ਾਮਬਾਜ਼ੀ ਕਰਦੇ। ਬਾਕੀ ਉਹਨਾਂ ਦੇ ਇਲਜ਼ਾਮ ਵਿੱਚ ਕੋਈ ਸੱਚਾਈ ਨਹੀਂ ਹੈ ਕਿਸੇ ਤਰ੍ਹਾਂ ਦੀ। ਇਹ ਸਾਰੀ ਕੌਮ ਜਾਣਦੀ ਹੈ, ਸਾਰਾ ਪੰਥ ਜਾਣਦਾ। ਖੇਡ ਸਾਰੀ ਕਹਿੰਦੇ ਪੈਸੇ ਦੀ ਹੈ, ਗੋਲਕ ਦੀ ਵੀ ਹੈ। ਬਹੁਤ ਸਾਰਾ ਪੈਸਾ ਜਿਹੜਾ ਉਹ ਸਿੱਧੇ ਤੌਰ ਤੇ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਜਾਂਦਾ ਸੀ ਤੇ ਹੁਣ ਹਰਿਆਣੇ ਦਾ ਪੈਸਾ ਤੁਸੀਂ ਉਚੇਚੇ ਤੌਰ ਤੇ ਕਿਹਾ ਕਿ ਗੁਰਦੁਆਰਿਆਂ ਦੀ ਜਿੰਨੀ ਵੀ ਗੋਲਕ ਦੀ ਮਾਇਆ ਹੈਗੀ ਉਹ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣੀ ਬੰਦ ਕਰ ਦਿੱਤੀ ਜਾਵੇ। ਹਰਿਆਣੇ ਦੀਆਂ ਸੰਗਤਾਂ ਵੱਲੋਂ ਬਿਲਕੁਲ ਇਹ ਨਿਰਾਸ਼ਤਾ ਆਈ। ਬਹੁਤ ਲੰਬਾ ਸਮਾਂ ਹਰਿਆਣੇ ਦੀਆਂ ਸੰਗਤਾਂ ਨੇ ਦੇਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ ਪ੍ਰਬੰਧ ਸੁਚੱਜਾ ਕਰੇ, ਪ੍ਰਚਾਰ ਪ੍ਰਸਾਰ ਕਰੇ ਔਰ ਇੱਥੇ ਜਿਹੜਾ ਹੈਗਾ ਗੁਰੂ ਘਰਾਂ ਦੀ ਸੇਵਾ ਸੰਭਾਲ ਚੰਗੀ ਹੋਵੇ। ਪਰ ਜਦੋਂ ਨਹੀਂ ਕੀਤੀ, ਜਿਸ ਤਰ੍ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਬਹੁਤ ਚਿਰ ਪਾਕਿਸਤਾਨ ਨੇ ਵੀ ਦੇਖਿਆ, ਉੱਥੇ ਵੱਸਦੇ ਸਿੱਖਾਂ ਨੇ ਵੀ ਕਿ ਸ਼੍ਰੋਮਣੀ ਕਮੇਟੀ ਇੱਥੇ ਕੁਛ ਕਰੇਗੀ। ਪਰ ਇਹ ਜਾਂਦੇ ਸੀ ਗੁਰਪੁਰਬ ਮਨਾਉਣ ਵਾਸਤੇ ਤੇ ਉੱਥੋਂ ਜਿੰਨਾ ਚੜਾਵਾ ਬੂਰੇ ਭਰ ਕੇ ਲੈ ਆਉਂਦੇ ਸੀਗੇ। ਫਿਰ ਉਹਨਾਂ ਨੇ ਆਪਣੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣਾਈ। ਇਸੇ ਤਰ੍ਹਾਂ ਹਰਿਆਣੇ ਦੀਆਂ ਸੰਗਤਾਂ 1966 ਤੋਂ ਇਹ ਤਾਂ ਮਿਲ ਗਿਆ ਸੀ ਹੱਕ ਇਹਨਾਂ ਨੂੰ, ਹਰਿਆਣੇ ਦੇ ਸਿੱਖਾਂ ਨੂੰ। ਪਰ ਇਹਨਾਂ ਨੇ ਬਹੁਤ ਚਿਰ ਦੇਖਿਆ, 2000 ਤੱਕ ਦੇਖਦੇ ਰਹੇ, 30-35 ਸਾਲ ਦੇਖਦੇ ਰਹੇ ਕਿ ਸ਼੍ਰੋਮਣੀ ਕਮੇਟੀ ਕੁਛ ਕਰੇਗੀ। ਜਦੋਂ ਨਹੀਂ ਕੀਤਾ ਤਾਂ ਫਿਰ ਅਖੀਰ ਇਹਨਾਂ ਦੀ ਜਿਹੜੀ ਸੀ ਮੰਗ ਉੱਠੀ। ਮੇਰੇ ਤਾਂ ਜਨਮ ਤੋਂ ਵੀ ਪਹਿਲਾਂ ਦੀ ਮੰਗ ਆ ਔਰ ਇਹ ਜਦੋਂ ਮੰਗ ਉੱਠੀ ਤਾਂ ਫਿਰ ਉਹਨਾਂ ਨੇ ਜਿਹੜਾ ਸੀ ਆਪਣੀ ਸੇਵਾ ਸੰਭਾਲ ਦਾ ਕੰਮ ਜਿਹੜਾ ਉਹ ਕਰਨਾ। ਸਾਡੇ ਵਾਸਤੇ ਇਹ ਸੇਵਾ ਸੰਭਾਲ ਦਾ ਕੰਮ ਆ। ਅਸੀਂ ਇੱਥੇ ਦੀ ਸੇਵਾ, ਇੱਥੇ ਗੁਰੂ ਘਰਾਂ ਦੇ ਪ੍ਰਬੰਧਾਂ ਤੇ ਪ੍ਰਚਾਰ ਪ੍ਰਸਾਰ ਤੇ ਮੈਡੀਕਲ ਸੇਵਾ, ਐਜੂਕੇਸ਼ਨ ਸੇਵਾ ਤੇ ਲਾਉਣਾ ਚਾਹੁੰਦੇ ਆ। ਉਹ ਕੀ ਕਰਦੇ ਸੀਗੇ, ਇੱਥੇ ਸਿਰਫ ਮੁਲਾਜ਼ਮਾਂ ਨੂੰ ਤਨਖਾਹ ਦੇਣ ਤੋਂ ਬਾਅਦ ਸਾਰਾ ਪੈਸਾ ਜਿਹੜਾ ਸੀ, ਮੁਲਾਜ਼ਮਾਂ ਨੂੰ ਵੀ ਬੜੀ ਘੱਟ ਤਨਖਾਹ। ਮੈਨੂੰ 2 ਸਾਲ ਹੋਏ ਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾਦਾਰ ਬਣੇ ਨੂੰ। ਮੈਂ 2 ਸਾਲਾਂ ਦੇ ਵਿੱਚ 3 ਵਾਰ ਮੁਲਾਜ਼ਮਾਂ ਦੀ ਤਨਖਾਹ ਵਧਾਈ ਆ ਕਿ ਇਹਨਾਂ ਦਾ ਰੁਜ਼ਗਾਰ ਬਹੁਤ ਮੁਸ਼ਕਲ ਆ। ਔਰ ਇੱਧਰ ਸ਼੍ਰੋਮਣੀ ਕਮੇਟੀ ਦੇ ਮੈਂ ਜਿੰਨੇ ਹੁਣ ਪ੍ਰਬੰਧਾਂ 'ਚ ਗੁਰਦੁਆਰਾ ਸਾਹਿਬਾਨ ਗਿਆ ਵਾਂ, ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹਰੇਕ ਜਗ੍ਹਾ ਮੁਲਾਜ਼ਮਾਂ ਦੀ ਕੋਈ ਮੰਗ ਸੀ। ਉਹ ਰੋ ਰਹੇ ਸੀਗੇ ਕਿ ਸਾਡੀਆਂ 4-4, 5-5 ਹਜ਼ਾਰ ਤਨਖਾਹਾਂ ਨੇ, ਵਧਾ ਹੀ ਨਹੀਂ ਰਹੀ ਸ਼੍ਰੋਮਣੀ ਕਮੇਟੀ, ਅਸੀਂ ਕਿਵੇਂ ਪਰਿਵਾਰਾਂ ਦਾ ਗੁਜ਼ਾਰਾ ਕਰੀਏ। ਤਾਂ ਉਹ ਹਰਿਆਣਾ ਕਮੇਟੀ ਦੇ ਅੰਡਰ ਆਉਣਾ ਚਾਹੁੰਦੇ ਸੀ। ਸੋ ਇਸ ਕਾਰਨ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਜਿੰਨਾ ਮੁਲਾਜ਼ਮਾਂ ਨੂੰ ਤਨਖਾਹਾਂ ਦੇ ਕੇ ਬਾਕੀ ਸਾਰਾ ਪੈਸਾ ਇੱਥੋਂ ਉਡਾ ਲਿਆ ਜਾਂਦਾ ਸੀਗਾ। ਕਿੰਨੇ ਤਰ੍ਹਾਂ ਦੇ ਫੰਡ ਦੇਖੋ, ਸ਼੍ਰੋਮਣੀ ਕਮੇਟੀ ਪਹਿਲਾਂ 2 ਤਰ੍ਹਾਂ ਦਾ ਫੰਡ ਲੈਂਦੀ ਸੀ, ਦਸਵੰਧ ਤੇ ਧਰਮ ਪ੍ਰਚਾਰ ਫੰਡ। ਹਰਿਆਣਾ ਕਮੇਟੀ ਅੱਜ ਤੱਕ 2 ਤਰ੍ਹਾਂ ਦਾ ਫੰਡ ਲੈਂਦੀ ਹੈ ਬਾਕੀ ਗੁਰਦੁਆਰਿਆਂ ਤੋਂ ਮੁੱਖ ਦਫ਼ਤਰ ਨੂੰ, ਕਿ ਧਰਮ ਪ੍ਰਚਾਰ ਫੰਡ ਤੇ ਦਸਵੰਧ। ਸ਼੍ਰੋਮਣੀ ਕਮੇਟੀ ਨੇ ਇੱਕ ਤੀਜਾ ਫੰਡ ਲਾਤਾ ਵਿਦਿਅਕ ਭਲਾਈ ਫੰਡ, ਚੌਥਾ ਫੰਡ ਲਾਤਾ ਪੰਥਕ ਭਲਾਈ ਫੰਡ, 5ਵਾਂ ਲਾ ਦਿੱਤਾ ਸੀ ਕੁਦਰਤੀ ਆਫਤਾਂ ਫੰਡ।
ਤੇ ਇੰਨਾ ਮਤਲਬ ਵੀ ਕੋਈ ਰਹਿਣ ਨਹੀਂ ਦੇਣਾ ਤਨਖਾਹਾਂ ਤੋਂ ਬਾਅਦ, ਜਿੰਨਾ ਪੈਸਾ ਉਡਾ ਕੇ ਲੈ ਜਾਓ ਇੱਥੋਂ। ਇਹ ਦਾਦੂਵਾਲ ਸਾਹਿਬ ਜਿਸ ਤਰੀਕੇ ਦੇ ਹਾਲਾਤ ਨੇ ਇਸ ਵੇਲੇ ਤੁਸੀਂ ਦੱਸ ਰਹੇ ਹੋ ਕਿ ਇਧਰਲੇ ਪਾਸੇ ਪੈਸਾ ਉਸ ਤਰੀਕੇ ਨਾਲ ਨਹੀਂ ਲੱਗ ਰਿਹਾ ਸੀ ਜਿਸ ਤਰੀਕੇ ਨਾਲ ਹਰਿਆਣੇ ਦੇ ਵਿੱਚ ਲੱਗਣਾ ਚਾਹੀਦਾ ਸੀ, ਕਿੰਨੇ ਕੁ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਹੈਗਾ ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਹੇਠਾਂ ਲਵੇਗੀ ਤੇ ਉਸ ਤਰੀਕੇ ਨਾਲ ਅੱਗੇ ਤੋਂ ਉਹਨਾਂ ਦਾ ਪ੍ਰਸਾਰ ਤੇ ਪ੍ਰਚਾਰ ਕਰੇਗੀ? ਦੇਖੋ ਸਾਡੇ ਕੋਲ 4 ਗੁਰਦੁਆਰਿਆਂ ਦਾ ਪ੍ਰਬੰਧ ਸੀ, 5ਵਾਂ ਗੁਰਦੁਆਰਾ ਐਕਟ ਦੇ ਵਿੱਚ ਨਹੀਂ, 5 ਗੁਰਦੁਆਰੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖ ਰਹੀ ਸੀ। ਕਰੋਨਾ ਕਾਲ ਦੇ ਵਿੱਚ SGPC ਨੇ ਅਰਬਾਂ ਦਾ ਬਜਟ ਹੈ ਉਹਨਾਂ ਦਾ, 35% ਘਾਟੇ ਦਾ ਬਜਟ ਪਾਸ ਕੀਤਾ ਉਹਨਾਂ ਨੇ। ਆ ਜਿਹੜਾ ਇਸ ਪਿਛਲੇ ਸਾਲ ਦਾ ਕੀਤਾ ਕਿ ਕਰੋਨਾ ਕਰਕੇ ਸੰਗਤ ਘੱਟ ਆਈ, ਚੜਾਵਾ ਘੱਟ ਚੜਿਆ। ਪਰ ਉਸੇ ਕਰੋਨਾ ਕਾਲ 'ਚ ਸਾਡੇ ਨਾਲ ਜਿਹੜਾ ਸੀ ਹਰਿਆਣਾ ਕਮੇਟੀ ਨੇ, ਅਸੀਂ ਜਿਹੜਾ ਸੀ ਜਿਹੜੀ ਮੇਰੇ ਨਾਲ ਕੰਮ ਕਰ ਰਹੀ ਸੀ ਐਗਜ਼ੈਕਟਿਵ ਬਾਡੀ, ਅਸੀਂ ਜਿਹੜਾ ਬਜਟ ਆ ਉਹ 25% ਵਾਧੇ ਦਾ ਪਾਸ ਕੀਤਾ। ਹੁਣ ਤੁਸੀਂ ਦੱਸੋ ਵੀ ਅਸੀਂ ਪ੍ਰਬੰਧਾਂ ਨੂੰ ਸੁਚੱਜਾ ਕੀਤਾ, ਕਰਪਸ਼ਨ ਰੋਕੀ, ਪੈਸੇ ਦੀ ਦੁਰਵਰਤੋਂ ਰੋਕੀ। ਹਰੇਕ ਗੁਰੂ ਘਰ ਦੀ 10-10, 15-15, 20-20 ਲੱਖ ਰੁਪਈਆ ਗੋਲਕ ਵੱਧ ਗਈ। ਉਹ ਤਾਂ ਹੀ ਵਧੀ ਕਿ ਅਸੀਂ ਕਰਪਸ਼ਨ ਰੋਕੀ, ਦੁਰਵਰਤੋਂ ਰੋਕੀ ਔਰ ਪ੍ਰਚਾਰ ਪ੍ਰਸਾਰ ਕੀਤਾ, ਸੰਗਤਾਂ ਦਾ ਭਰੋਸਾ ਵਧਿਆ। ਤੇ 25% ਇਹ ਰਿਕਾਰਡ ਬੋਲਦਾ, ਇਹ ਇਕੱਲੀਆਂ TV ਤੇ ਕਹਿਣ ਨੂੰ ਗੱਲਾਂ ਨਹੀਂ ਹੈ। ਸਾਡਾ ਦਫ਼ਤਰ ਹੈ ਅਕਾਲ ਤਖਤ ਸਾਹਿਬ, ਸਿੱਖ ਜਥੇਬੰਦੀਆਂ ਆਉਣ, CA ਲੈ ਕੇ ਬੈਠਣ ਸਾਡੇ ਦਫ਼ਤਰ, ਸਾਡੇ ਸੈਕਟਰੀ ਬੈਠਣ, ਮੈਨੇਜਰ ਬੈਠਣ, ਤਾਂ ਤੁਸੀਂ ਰਿਕਾਰਡ ਚੈੱਕ ਕਰੋ ਕਿ 25% ਬਜਟ ਵਾਧੇ ਦਾ ਕਰੋਨਾ ਕਾਲ 'ਚ ਅਸੀਂ ਪਾਸ ਕਰਤਾ। ਉਹ ਕਿਵੇਂ ਹੋਇਆ ਕਿ ਅਸੀਂ ਇਹ ਜਿਹੜਾ ਪ੍ਰਬੰਧ ਸੁਚੱਜਾ ਕੀਤਾ ਸੀ। ਸੋ ਇਸ ਕਾਰਨ ਕਰਕੇ ਉਹ ਸਾਰੀ ਰੋਕੀ ਔਰ ਸੰਗਤਾਂ ਦਾ ਭਰੋਸਾ ਵਧਿਆ, ਆਵਾਜਾਈ ਵਧੀ ਉਹਨਾਂ ਗੁਰੂ ਘਰਾਂ 'ਚ ਤੇ ਚੜਾਵਾ ਵਧਿਆ। ਤੇ ਅਸੀਂ ਜਿਹੜਾ ਹੈਗਾ 5 ਗੁਰਦੁਆਰਿਆਂ ਦਾ ਪ੍ਰਬੰਧ ਸੀ, 4 ਐਕਟ ਵਾਲੇ, ਇੱਕ ਉਸ ਤਰ੍ਹਾਂ ਸੀ। ਤਾਂ ਹੁਣ 52 ਗੁਰਦੁਆਰੇ ਆ ਟੋਟਲ ਜਿਹੜੇ ਐਕਟ ਦੇ ਵਿੱਚ ਆ। ਬਾਕੀ ਹੋਰ ਵੀ ਬਹੁਤ ਗੁਰਦੁਆਰੇ ਜਿਹੜੇ ਆਉਣ ਵਾਲੇ ਸਮੇਂ 'ਚ ਇਸ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ 'ਚ ਆਉਣ, ਕਿਉਂਕਿ ਕਈ ਬਹੁਤ ਸਾਰੀਆਂ ਸਿੰਘ ਸਭਾਵਾਂ ਨੇ ਮੇਰੇ ਨਾਲ ਸਿੱਧੇ ਤੌਰ 'ਤੇ ਸੰਪਰਕ ਕੀਤਾ ਹੈ ਕਿ ਅਸੀਂ ਵੀ ਹਰਿਆਣਾ ਕਮੇਟੀ ਦੇ ਅੰਡਰ ਆਪਣਾ ਪ੍ਰਬੰਧ ਕਰਨਾ ਚਾਹੁੰਦੇ ਹਾਂ। ਬਹੁਤ ਗੁਰਦੁਆਰੇ ਜਿਹੜੇ ਇਸ ਐਕਟ ਵਿੱਚ ਲਿਖਣੋਂ ਪਾਸੇ ਰਹਿ ਗਏ ਆ। ਸੋ ਇਸ ਕਾਰਨ ਕਰਕੇ ਜਦੋਂ ਇਹ ਸੇਵਾ ਸੰਭਾਲੀ ਜਾਊਗੀ ਤਾਂ ਇਹ ਸਾਰੇ ਗੁਰਦੁਆਰੇ ਇਸ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਚੱਲਣ। ਪੰਜਾਬ ਦੇ ਗੁਰਦੁਆਰੇ ਵੀ ਆਉਣਗੇ? ਨਹੀਂ, ਇਹ ਹਰਿਆਣਾ ਤੁਸੀਂ ਜ਼ਿਕਰ ਕਰ ਰਹੇ ਸੀ ਨਾ ਕਿ ਪੰਜਾਬ ਦੇ ਵੀ ਕੁਝ ਜਥੇਬੰਦੀਆਂ ਸੰਪਰਕ ਕਰ ਰਹੀਆਂ ਨੇ। ਨਹੀਂ, ਹਰਿਆਣਾ ਦੀਆਂ ਜਿਹੜੀਆਂ ਸਿੰਘ ਸਭਾਵਾਂ ਦੀਆਂ ਜਥੇਬੰਦੀਆਂ ਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਦੇਖੋ ਦਿੱਲੀ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ, ਹਰਿਆਣੇ 'ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਜਿਹੜੀ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਕੇਂਦਰੀ, ਉਹ ਪੰਜਾਬ ਦੇ ਵਿੱਚ ਪ੍ਰਬੰਧ ਕਰਦੀ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜ਼ਿਕਰ ਕਰੀਏ, ਤੁਸੀਂ ਬਹੁਤ ਸਾਰੀਆਂ ਉਣਤਾਈਆਂ ਦੇਖਦੇ ਹੋ ਉੱਥੇ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੰਥ ਦੇ ਮੁਤਾਬਕ ਨਹੀਂ ਹੋ ਰਹੀਆਂ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀ ਮਰਿਆਦਾ ਰਹੇਗੀ? ਕਿਹੜੀ ਪੰਜ ਪ੍ਰਧਾਨੀ ਮਰਿਆਦਾ ਜਾਂ ਕਿਸ ਤਰੀਕੇ ਨਾਲ ਮਰਿਆਦਾ ਦਾ ਮੁੱਖ ਧਾਰਨ ਕੀ ਰਹੇਗੀ ਜਾਂ ਕਿਸ ਤਰੀਕੇ ਨਾਲ ਤੁਸੀਂ ਅੱਗੇ? ਦੇਖੋ, ਇੰਡੀਵਿਜੂਅਲ ਤੌਰ ਤੇ ਸਾਡਾ ਕੋਈ ਵੀ ਮੈਂਬਰ ਜਾਂ ਉਹਦੇ ਤਰ ਕਿਸੇ ਵੀ ਮਰਿਆਦਾ ਨੂੰ ਮੰਨਦਾ ਹੋਵੇ, ਗੱਲ ਵੱਖਰੀ ਹੈ। ਪਰ ਜਿਹੜੀ ਸਾਡੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਮਰਿਆਦਾ ਹੈ, ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ। 2 ਸਾਲ ਮੈਨੂੰ ਮੁੱਖ ਸੇਵਾਦਾਰ ਬਣੇ ਨੂੰ ਹੋਏ ਆ। ਅਸੀਂ 2 ਸਾਲਾਂ ਦਾ ਸਾਲ ਦਾ ਕੈਲੰਡਰ ਜਾਰੀ ਕੀਤਾ, ਪਹਿਲੇ ਸਾਲ ਦਾ, ਐਰਕਾ ਦੂਜੇ ਸਾਲ ਦਾ। ਤੇ ਉਹ ਕਿਹੜਾ ਕੈਲੰਡਰ ਜਾਰੀ ਕੀਤਾ? ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ। ਹੁਣ ਜਿਹੜਾ ਨਾਨਕਸਾਈ ਕੈਲੰਡਰ ਅਕਾਲ ਤਖਤ ਸਾਹਿਬ ਤੋਂ ਜਾਰੀ ਹੋ ਰਿਹਾ, ਉਹੀ ਕੈਲੰਡਰ ਅਸੀਂ ਇੱਥੇ ਜਾਰੀ ਕੀਤਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਜਿਹੜੀ ਮਰਿਆਦਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਚੱਲ ਰਹੀ ਹੈ, ਉਹੀ ਮਰਿਆਦਾ ਜਿਹੜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਚੱਲ ਰਹੀ, ਉਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਲਦੀ ਹੈ। ਸੋ ਇਸ ਕਾਰਨ ਕਰਕੇ ਅਸੀਂ ਅਕਾਲ ਤਖਤ ਨੂੰ ਸਮਰਪਿਤ ਸਿੱਖ ਹਾਂ, ਸਿੱਖੀ ਨੂੰ ਸਮਰਪਿਤ ਹਾਂ, ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੇ। ਇਹ ਜਿਹੜੀ ਵੱਖਰੀ ਕਮੇਟੀ ਬਣਾਉਣੀ, ਇਹਦਾ ਵੀ ਸੰਘਰਸ਼ 2014 ਤੋਂ ਸ਼ੁਰੂ ਹੋਇਆ। ਤੁਸੀਂ ਜਿਵੇਂ ਦੱਸਿਆ, ਬਹੁਤ ਸਾਰੀਆਂ ਚੀਜ਼ਾਂ ਲਗਾਤਾਰਤਾ ਦੇ ਵਿੱਚ ਹੋਰ ਵਾਪਰ ਰਹੀਆਂ ਸੀ, ਇਸ ਕਰਕੇ ਇਹ ਵੱਖਰੀ ਕਮੇਟੀ ਦੀ ਸੋਚ ਨਿਕਲੀ। ਜਿਸ ਤਰੀਕੇ ਨਾਲ ਇਸ ਵੇਲੇ ਹਾਲਾਤ ਨੇ, ਬਹੁਤ ਸਾਰੇ, ਕਿਉਂਕਿ ਸਿੱਖ ਡਾਇਸਪੋਰਾ ਦੀ ਗੱਲ ਕਰੀਏ, ਪੂਰੇ ਵਿਸ਼ਵ ਦੇ ਵਿੱਚ ਇਸ ਵੇਲੇ ਜਿਹੜੇ ਬੈਠੇ ਸਿੱਖ ਨੇ, ਉਹਨਾਂ ਦੇ ਜ਼ਿਹਨ ਦੇ ਵਿੱਚ ਇੱਕ ਸਵਾਲ ਹੈਗਾ ਕਿ ਪਹਿਲਾਂ ਹੀ ਬਹੁਤ ਸਾਰੀਆਂ ਵੰਡੀਆਂ ਪੈ ਚੁੱਕੀਆਂ ਸੀਗੀਆਂ। ਪਹਿਲਾਂ ਹੀ ਬਹੁਤ ਸਾਰੇ ਵੱਖ-ਵੱਖ ਮਰਿਆਦਾਵਾਂ ਦੇ ਤਹਿਤ ਜਿਹੜੇ ਸੀਗੇ ਸਿੱਖ ਵੰਡੇ ਗਏ ਸੀ। ਜਦੋਂ ਅਸੀਂ ਪਟਨਾ ਸਾਹਿਬ ਦੀ ਗੱਲ ਕਰ ਲਈਏ, ਉੱਥੇ ਹੋਰ ਮਰਿਆਦਾ ਹੈਗੀ ਆ, ਹਜ਼ੂਰ ਸਾਹਿਬ ਦੀ ਹੋਰ ਮਰਿਆਦਾ ਹੈਗੀ ਆ, ਅਕਾਲ ਤਖਤ ਸਾਹਿਬ ਦੀ ਹੋਰ ਮਰਿਆਦਾ ਹੈਗੀ, ਦਿੱਲੀ ਕਮੇਟੀ ਆਪਣੇ ਹਿਸਾਬ ਨਾਲ ਚੱਲਦੀ ਹੈ। ਤੇ ਇੱਕ ਹੋਰ ਕਮੇਟੀ, ਲੱਗਦਾ ਨਹੀਂ ਕਿ ਇਹ ਵੰਡੀਆਂ ਹਟਾਉਣੀਆਂ ਚਾਹੀਦੀਆਂ ਸੀ ਇਸ ਮੌਕੇ 'ਤੇ ਆਣ ਕੇ? ਜਿਹੜੀਆਂ ਮਰਿਆਦਾਵਾਂ ਸੀਗੀਆਂ ਉਹਨਾਂ ਨੂੰ ਇੱਕ ਕਰਨ ਦੀ ਲੋੜ ਸੀਗੀ, ਪਰ ਇੱਥੇ ਆਪਾਂ ਨਵੀਂ ਕਮੇਟੀ ਦਾ ਜ਼ਿਕਰ ਕਰ ਰਹੇ ਹਾਂ। ਦੇਖੋ, ਮੈਂ ਕਿਸੇ ਬਾਰੇ ਤਾਂ ਕਹਿ ਨਹੀਂ ਸਕਦਾ, ਪਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਨੂੰ ਸਮਰਪਿਤ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਹੀ ਮੰਨਦੀ ਹੈ, ਹਰਿਆਣਾ ਕਮੇਟੀ ਵੀ ਉਹਨਾਂ ਨੂੰ ਮੰਨਦੀ ਹੈ। ਵੰਡੀਆਂ ਵਾਲੀ ਤਾਂ ਕਿਤੇ ਗੱਲ ਹੀ ਨਹੀਂ ਹੈ। ਵੰਡੀਆਂ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਪਹਿਲੀ ਗੱਲ ਤਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਸੂਬਾ ਬਣਿਆ 1966 ਐਕਟ, ਉਹਦੇ 'ਚ ਵੱਖਰੀ ਕਮੇਟੀ ਲਿਖਤੀ। ਜੇ ਗੁਰਦੁਆਰਾ ਆਲ ਇੰਡੀਆ ਐਕਟ
ਸ਼੍ਰੋਮਣੀ ਕਮੇਟੀ ਨੇ ਪਾਸ ਕਰਕੇ ਕੇਂਦਰ ਨੂੰ ਭੇਜਿਆ, ਉਹਦੇ 'ਚ ਵੀ ਹਰਿਆਣਾ ਕਮੇਟੀ ਵੱਖਰੀ ਆ। 5 ਸਟੇਟਾਂ ਦੀਆਂ ਵੱਖਰੀਆਂ ਕਮੇਟੀਆਂ ਨੇ, ਇੰਡੀਪੈਂਡੈਂਟ ਪੰਜਾਬ ਕਮੇਟੀ, ਹਰਿਆਣਾ ਕਮੇਟੀ, ਦਿੱਲੀ ਕਮੇਟੀ, ਰਾਜਸਥਾਨ ਕਮੇਟੀ, ਯੂਪੀ ਕਮੇਟੀ। ਬਾਕੀ ਦੂਜੀਆਂ ਸਟੇਟਾਂ 'ਚ ਘੱਟ ਗੁਰਦੁਆਰੇ, ਉਹਨਾਂ ਦੀ 2-2 4-4 ਸਟੇਟਾਂ ਦੀ ਰਲ ਕੇ ਕਮੇਟੀ। ਫਿਰ ਇੱਕ ਕੇਂਦਰੀ ਕਮੇਟੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਕੋਲੇ ਸਿਰਫ 5 ਤਖਤਾਂ ਦਾ ਤੇ ਸੇਵਾ ਦਰਬਾਰ ਸਾਹਿਬ ਦਾ ਪ੍ਰਬੰਧ। ਇਹ ਸਾਰੇ ਕਹਿ ਤਾਂ ਦਿੰਦੇ ਆਲ ਇੰਡੀਆ ਐਕਟ, ਇਹਨਾਂ ਨੂੰ ਪਤਾ ਨਹੀਂ ਹੈ ਕਿ ਆਲ ਇੰਡੀਆ ਐਕਟ ਦਾ ਮਤਲਬ ਕੀ ਹੈ। ਆਲ ਇੰਡੀਆ ਐਕਟ ਜਸਟਿਸ ਹਰਬੰਸ ਸਿੰਘ ਜਿਹੜੇ ਚਲਾਣਾ ਕਰ ਗਏ, ਉਹਨਾਂ ਨੇ ਬਣਾਇਆ। ਉਸ ਟੀਮ 'ਚੋਂ ਇੱਕ ਜਿਉਂਦੇ ਨੇ ਐਡਵੋਕੇਟ ਮਨਜੀਤ ਸਿੰਘ ਖਹਿਰਾ, ਉਹਨਾਂ ਨਾਲ ਤੁਸੀਂ ਸੰਪਰਕ ਕਰੋ। ਉਹਨਾਂ ਨੇ ਇਹ ਐਕਟ ਬਣਾਉਣ ਵਿੱਚ ਵੀ ਬੜਾ ਆਪਣਾ ਯੋਗਦਾਨ ਪਾਇਆ, ਜਿਹੜਾ ਹਰਿਆਣਾ ਕਮੇਟੀ ਦਾ ਐਕਟ ਹੈ, ਐਕਟ 2014। ਤਾਂ ਉਹਨਾਂ ਨੂੰ ਪੁੱਛੋ, ਉਹ ਦੱਸਦੇ ਨੇ। ਉਹਨਾਂ ਨੂੰ ਕਦੇ ਟੀਵੀ ਤੇ ਤੁਸੀਂ ਲਾਓ, ਉਹਨਾਂ ਨੂੰ ਪੁੱਛੋ ਆਲ ਇੰਡੀਆ ਐਕਟ ਹੈ ਕੀ ਆ। ਬਹੁਤਿਆਂ ਨੂੰ ਭੁਲੇਖਾ ਕਿ ਸ਼ਾਇਦ ਪੂਰੇ ਇੰਡੀਆ ਦੀ ਇੱਕੋ ਹੀ ਕਮੇਟੀ ਬਣਨੀ। 5 ਸਟੇਟਾਂ, ਉਹਦੇ 'ਚ ਵੀ ਹਰਿਆਣਾ ਕਮੇਟੀ ਦੀ ਕਮੇਟੀ ਵੱਖਰੀ ਹੈ, ਹਰਿਆਣਾ ਸਟੇਟ ਦੀ। 5 ਸਟੇਟਾਂ ਦੀਆਂ ਵੱਖਰੀਆਂ, ਦੂਜੀਆਂ ਸਟੇਟਾਂ ਦੀਆਂ 2-2 4-4 ਦੀਆਂ ਰਲ ਕੇ ਇੱਕ ਕੇਂਦਰੀ ਕਮੇਟੀ, ਜੋ ਮੈਂ ਪਹਿਲਾਂ ਕਹਿ ਚੁੱਕਿਆ ਕਿ ਉਹਦੇ ਕੋਲੇ 5 ਤਖਤਾਂ ਦਾ ਪ੍ਰਬੰਧ ਤੇ ਸੇਵਾ ਦਰਬਾਰ ਸਾਹਿਬ ਦਾ ਪ੍ਰਬੰਧ। ਇਹ 6 ਪ੍ਰਬੰਧ ਉਹਨੇ, ਤੇ ਇਹਨਾਂ ਕਮੇਟੀਆਂ 'ਚੋਂ ਮੈਂਬਰ ਲੈ ਕੇ ਉਹ ਕੇਂਦਰੀ ਕਮੇਟੀ ਬਣੀ। ਇੱਕ ਸੰਘਰਸ਼ ਚੱਲ ਰਿਹਾ ਹੈਗਾ ਕਿ ਕਹਿੰਦੇ ਕਿ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਉਸ ਤਰੀਕੇ ਨਾਲ ਨਹੀਂ ਚੱਲ ਰਿਹਾ ਜਿਸ ਤਰੀਕੇ ਨਾਲ ਚੱਲਣਾ ਚਾਹੀਦਾ। ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਜਿਹੜੀ ਹੈ ਉਸ ਤਰੀਕੇ ਨਾਲ ਨਹੀਂ ਚੱਲ ਰਹੀ ਜਿਸ ਤਰੀਕੇ ਨਾਲ ਚੱਲਣੀ ਚਾਹੀਦੀ ਹੈ, ਜਿਸ ਤਰੀਕੇ ਨਾਲ ਜਥੇਦਾਰ ਦੀ ਚੋਣ ਹੋਣੀ ਚਾਹੀਦੀ ਹੈ। ਉਹਦੇ ਵਿੱਚ ਕਿਤੇ ਨਾ ਕਿਤੇ ਇਕਸਾਰਤਾ ਨਹੀਂ ਹੈਗੀ, ਇੱਕ ਪੱਖਪਾਤ ਹੈਗਾ। ਕੁਝ ਲੋਕਾਂ ਦੇ ਤਹਿਤ, ਸਿਆਸੀ ਲੋਕਾਂ ਦੇ ਤਹਿਤ ਇਹ ਚੀਜ਼ਾਂ ਚੁਣੀਆਂ ਜਾ ਰਹੀਆਂ ਨੇ। ਉਧਰਲੇ ਪਾਸੇ ਸੰਘਰਸ਼ ਕਰਨ ਦੀ ਲੋੜ ਨਹੀਂ ਸੀ। ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਾਉਣ ਦੀ ਲੋੜ ਨਹੀਂ ਸੀ, ਵੱਖਰੀ ਬਣਾਉਣ ਦੀ ਥਾਂ ਉਧਰਲੇ ਪਾਸੇ ਸੰਘਰਸ਼। ਦੇਖੋ, ਇੱਕ ਤਾਂ ਗੱਲ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰ ਚੁੱਕਾ, ਤੁਸੀਂ 2014 ਦਾ ਜ਼ਿਕਰ ਕੀਤਾ। 2014 'ਚ ਤਾਂ ਐਕਟ ਬਣ ਗਿਆ ਸੀਗਾ। ਸੰਘਰਸ਼ ਤਾਂ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ, 25-30 ਸਾਲਾਂ ਤੋਂ ਚੱਲਦਾ ਆ ਰਿਹਾ ਹਰਿਆਣੇ ਦੀਆਂ ਸੰਗਤਾਂ ਵੱਲੋਂ। ਔਰ ਇਹ ਐਕਟ 2014 ਜਿਹੜਾ ਇਹ ਹਰਿਆਣਾ ਸਰਕਾਰ ਨੇ 2014 'ਚ ਬਣਾਇਆ, ਕਾਨੂੰਨੀ ਤੌਰ ਤੇ ਫਿਰ ਮਾਨਤਾ ਜਿਹੜੀ ਆ ਹੁਣ 20 ਸਤੰਬਰ 2022 ਨੂੰ ਮਿਲ ਗਈ ਹੈ ਸੁਪਰੀਮ ਕੋਰਟ ਦੇ ਵਿੱਚ ਵੀ ਸ਼੍ਰੋਮਣੀ ਕਮੇਟੀ ਗਈ ਸੀਗੀ, ਤਾਂ ਫੈਸਲਾ ਜਿਹੜਾ ਹੈਗਾ ਸ਼੍ਰੋਮਣੀ ਕਮੇਟੀ ਦੇ ਖਿਲਾਫ ਆਇਆ, ਹਰਿਆਣੇ ਦੇ ਹੱਕ 'ਚ ਆਇਆ। ਜਿੱਥੋਂ ਤੱਕ ਰਹੀ ਗੱਲ ਇਹ ਪ੍ਰਬੰਧਾਂ ਨੂੰ ਤੁਸੀਂ ਕਹਿ ਰਹੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੂਜਿਆਂ ਨੂੰ ਕਹਿਣ ਤੋਂ ਪਹਿਲਾਂ ਖੁਦ ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖੋ, ਝਾਤੀ ਮਾਰੇ ਕਿ ਉਹ ਤਾਂ ਖੁਦ ਅਕਾਲ ਤਖਤ ਦਾ ਹੁਕਮਨਾਮਾ ਨਹੀਂ ਮੰਨ ਰਹੇ। ਅਕਾਲ ਤਖਤ ਸਾਹਿਬ ਨੇ ਪਿਛਲੇ ਦਿਨੀ ਜਥੇਦਾਰ ਨੇ ਕਿਹਾ ਕਿ 15 ਦਿਨਾਂ ਦੇ ਵਿੱਚ ਲਾਈਵ ਟੈਲੀਕਾਸਟ ਜਿਹੜਾ ਸ਼੍ਰੋਮਣੀ ਕਮੇਟੀ ਪ੍ਰਬੰਧ ਕਰੇ। 15 ਦਿਨ ਛੱਡੋ, ਤੁਸੀਂ 15 ਮਹੀਨੇ ਲੰਘ ਜਾਣੇ। ਅਸੀਂ ਵੀ ਸਵਾਲ ਕੀਤਾ ਸੀ ਤਾਂ ਕਹਿੰਦੇ ਕਮੇਟੀ ਬਣਾਈ ਹੋਈ ਹੈ ਤੇ ਉਹ ਕਮੇਟੀ ਸਾਨੂੰ ਰਿਪੋਰਟ ਸੌਂਪੇਗੀ। ਜਥੇਦਾਰ ਸਾਹਿਬ ਨੇ ਤਾਂ 15 ਦਿਨ ਕਹੇ ਸੀਗੇ ਤੇ ਹੁਣ ਤਾਂ 5-7 ਮਹੀਨੇ ਲੰਘ ਗਏ ਆ। ਸ਼੍ਰੋਮਣੀ ਕਮੇਟੀ ਨੇ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਿਆ? ਉਹ ਖੁਦ ਨਹੀਂ ਮੰਨ ਰਹੇ। ਜਿਹੜੇ ਦੂਜਿਆਂ ਨੂੰ ਇਹ ਕਹਿ ਕੇ ਭੰਡਦੇ ਆ ਕਿ ਅਕਾਲ ਤਖਤ ਨੂੰ ਨਹੀਂ ਮੰਨਦੇ, ਅਸੀਂ ਤਾਂ ਅਕਾਲ ਤਖਤ ਨੂੰ ਸਮਰਪਿਤ ਤੇ ਅਕਾਲ ਤਖਤ ਨੂੰ ਮੰਨਦੇ ਆ। ਅਕਾਲ ਤਖਤ ਨਿਰਪੱਖ ਫੈਸਲਾ ਕਰੇ, ਅਸੀਂ ਤਾਂ ਨੰਗੇ ਪੈਰੀਂ ਅਕਾਲ ਤਖਤ ਤੇ ਜਾਂਦੇ ਆ। ਪਿਛਲੇ ਦਿਨੀ ਤੁਸੀਂ ਦੇਖੋ ਗੁਰਬਾਣੀ 'ਚ ਤਬਦੀਲੀਆਂ ਦਾ ਮਸਲਾ ਆਇਆ, ਲਗਾ ਮਾਤਰਾਂ ਦਾ ਵੀ। ਅਮਰੀਕਾ 'ਚ ਇੱਕ ਥਮਿੰਦਰ ਸਿੰਘ ਆਨੰਦ ਨਾਂ ਦੇ ਵਿਅਕਤੀ ਨੇ ਬਦਲੀ ਕਰ ਦਿੱਤੀ, ਤਾਂ ਅਸੀਂ ਅਕਾਲ ਤਖਤ ਨੇ ਸੱਦਾ ਦਿੱਤਾ, ਅਸੀਂ ਨੰਗੇ ਪੈਰੀਂ ਉੱਥੇ ਪਹੁੰਚੇ। ਉੱਥੇ ਸਮਾਂ ਵੀ ਦਿੱਤਾ ਮੈਨੂੰ ਬੋਲਣ ਦਾ, ਮੈਂ ਉੱਥੇ ਬੋਲ ਕੇ ਆਪਣੇ ਵਿਚਾਰ ਵੀ ਰੱਖੇ। ਫਿਰ ਸ਼੍ਰੋਮਣੀ ਕਮੇਟੀ ਨੇ ਵੀ ਆਵਾਜ਼ ਮਾਰੀ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ 'ਚ, ਅਸੀਂ ਉੱਥੇ ਵੀ ਨੰਗੇ ਪੈਰੀਂ ਪਹੁੰਚੇ, ਭਾਵੇਂ ਸਾਨੂੰ ਬੜਿਆਂ ਨੇ ਰੋਕਣ ਦਾ ਯਤਨ ਕੀਤਾ। ਇਹ ਬੜੇ ਲੰਬੇ ਸਮੇਂ ਤੋਂ ਦਾਦੂਵਾਲ ਸਾਹਿਬ ਇੱਕ ਚੀਜ਼ ਰਹੀ ਹੈ, ਅਸੀਂ ਛੋਟੇ ਹੁੰਦੇ ਵੀ ਪੜ੍ਹਦੇ ਸੀ, ਤੁਸੀਂ ਵੀ ਧਿਆਨ ਦੇ ਵਿੱਚ ਤੁਹਾਡੇ ਵੀ ਇਹ ਚੀਜ਼ਾਂ ਹੋਣੀਆਂ ਨੇ। ਕਹਿੰਦੇ ਕਿ ਇੱਕ ਪਾੜੋ ਤੇ ਰਾਜ ਕਰੋ ਦੀ ਨੀਤੀ ਰਹੀ ਹੈ ਹਮੇਸ਼ਾ ਸਾਡੇ ਦੇਸ਼ ਦੇ ਵਿੱਚ, ਸਾਡੇ ਮੁਲਕ ਦੇ ਵਿੱਚ। ਤਾਂ ਇਹ ਵੀ ਗੱਲਾਂ ਆਪਾਂ ਪੜ੍ਹਦੇ ਰਹੇ ਹਾਂ ਕਿ ਯੂਨੀਅਨ ਇਜ਼ ਸਟਰੈਂਥ। ਛੋਟੀਆਂ-ਛੋਟੀਆਂ ਲੱਕੜੀਆਂ ਉਹਨਾਂ ਨੂੰ ਅਲੱਗ-ਅਲੱਗ ਤੋੜੋ ਤਾਂ ਟੁੱਟ ਜਾਂਦੀਆਂ, ਜਦੋਂ ਇਕੱਠਿਆਂ ਕਰਕੇ ਇੱਕ ਬੰਡਲ ਬਣਾਉਂਦੇ ਤੇ ਤੋੜਨਾ ਮੁਸ਼ਕਲ ਹੋ ਜਾਂਦਾ ਸੀਗਾ। ਇਹ ਯੂਨੀਅਨ ਇਨ ਸਟਰੈਂਥ ਦੀ ਗੱਲ ਕਰਦੇ ਆ, ਏਕਤਾ ਦੇ ਵਿੱਚ ਬਲ ਦੀ ਗੱਲ ਕਰਦੇ ਆ। ਲੱਗਦਾ ਨਹੀਂ ਕਿ ਇਹ ਛੋਟੀਆਂ-ਛੋਟੀਆਂ ਡੰਡੀਆਂ ਹੋ ਰਹੀਆਂ ਨੇ, ਇਹਨਾਂ ਨੂੰ ਤੋੜਨਾ ਆਸਾਨ ਹੋ ਜਾਵੇਗਾ ਹਕੂਮਤ ਦੇ ਵੱਲੋਂ? ਨਹੀਂ ਆਪਣਾ ਹਰਦੀਪ ਸਿੰਘ ਜੀ, ਇਹ ਕੋਈ ਗੱਲ ਨਹੀਂ ਆ। ਗੁਰਦੁਆਰਾ ਕਮੇਟੀਆਂ ਬਹੁਤ ਹੋ ਸਕਦੀਆਂ, ਸਭਾ ਸੁਸਾਇਟੀਆਂ ਬੜੀਆਂ ਹੋ ਸਕਦੀਆਂ, ਜਥੇਬੰਦੀਆਂ ਬਹੁਤ ਹੋ ਸਕਦੀਆਂ, ਪਰ ਸਾਡਾ ਧੁਰਾ ਇੱਕ ਆ, ਅਕਾਲ ਤਖਤ ਸਾਹਿਬ, ਗੁਰੂ ਗ੍ਰੰਥ ਸਾਹਿਬ ਮਹਾਰਾਜ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ 12 ਮਿਸਲਾਂ ਸੀ, ਵੱਖੋ ਵੱਖਰੀਆਂ ਸੀ, ਪਰ ਜਦੋਂ ਪੰਥ ਤੇ ਗੱਲ ਆਉਂਦੀ ਤੇ 12 ਮਿਸਲਾਂ ਇਕੱਠੀਆਂ ਹੋ ਕੇ ਲੜਦੀਆਂ ਸੀ, ਜਵਾਬ ਦਿੰਦੀਆਂ ਸੀਗੀਆਂ। ਦਿੱਲੀ ਦੇ ਲਾਲ ਕਿਲ੍ਹੇ ਤੇ ਵੀ ਕੇਸਰੀ ਝੰਡਾ ਚਲਾ ਦਿੱਤਾ ਸੀ ਇਕੱਠੇ ਹੋ ਕੇ ਉਹਨਾਂ ਨੇ। ਸੋ ਇਸੇ ਤਰੀਕੇ ਨਾਲ ਇਹ ਤਾਂ ਸਗੋਂ ਜਿਵੇਂ ਕਿਸੇ ਬੰਦੇ ਤੇ ਅਸੀਂ ਉਹ ਬੰਦਾ ਭਾਰ ਚੱਕ ਸਕਦਾ 50 ਕਿਲੋ ਤੇ ਅਸੀਂ ਉਹਦੇ ਤੇ 2 ਕੁਆਂਟਲ ਪਾ ਦਿੰਦੇ ਆ ਤੇ ਉਹ ਵਿਚਾਰਾ ਨਾ ਚੱਕ ਸਕੇ ਨਾ ਤੁਰ ਸਕੇ ਤੇ ਉਹ ਬੁਰਾ ਹਾਲ ਹੋ ਜਾਂਦਾ। ਇਹ ਤਾਂ ਸਗੋਂ ਪ੍ਰਬੰਧ ਸੁਚੱਜਾ ਹੋਊਗਾ ਕਮੇਟੀਆਂ ਦੇ ਰੂਪ ਦੇ ਵਿੱਚ। ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਪ੍ਰਬੰਧ ਕਰ ਨਹੀਂ ਸੀ ਪਾ ਰਹੀ ਪੂਰਾ,
ਤੇ ਇਹ ਤਾਂ ਹੁਣ ਸਗੋਂ ਚੰਗਾ ਹੋਇਆ ਕਿ ਜੇ ਵੱਖਰੀਆਂ ਵੱਖਰੀਆਂ ਕਮੇਟੀਆਂ ਹੋਣਗੀਆਂ, ਤਾਕਤ ਜਿਹੜੀ ਇਹ ਪ੍ਰਬੰਧ ਸੁਚੱਜਾ ਕਰਨਗੇ, ਇੱਥੇ ਦੇ ਹਰਿਆਣੇ ਦੇ ਸਿੱਖਾਂ ਦੀ ਵੀ ਤਾਕਤ ਬਣੂਗੀ। ਇੱਕ ਪਲੇਟਫਾਰਮ ਬਣਿਆ ਉਹਨਾਂ ਕੋਲੇ। ਪਹਿਲਾਂ ਹਰਿਆਣੇ ਦੇ ਸਿੱਖਾਂ ਨੂੰ ਉਹ ਬਾਦਲ ਪਰਿਵਾਰ ਆਉਂਦਾ ਸੀ, ਕਦੇ ਕਿਸ ਪਾਰਟੀ ਨੂੰ ਵੇਚ ਜਾਂਦਾ, ਕਦੇ ਕਿਸੇ ਨੂੰ ਵੇਚ ਕੇ ਆਪਣੇ ਮਫਾਦ ਲੈ ਜਾਂਦਾ। ਹਰਿਆਣੇ ਦੇ ਸਿੱਖਾਂ ਦਾ ਦੁੱਖ ਸੁੱਖ ਕਦੇ ਸੁਣਿਆ ਹੀ ਨਹੀਂ ਸੀਗਾ। ਹੁਣ ਹਰਿਆਣੇ ਦੇ ਸਿੱਖਾਂ ਦੀ ਵੀ ਪਾਵਰ ਬਣੂ, ਉਹਨਾਂ ਕੋਲ ਇੱਕ ਪਲੇਟਫਾਰਮ ਆ, ਉਹ ਆਪਣਾ ਪ੍ਰਬੰਧ ਸੁਚੱਜਾ ਕਰਨਗੇ, ਧਰਮ ਪ੍ਰਚਾਰ ਪ੍ਰਸਾਰ ਕਰਨਗੇ, ਹਰਿਆਣੇ ਦੇ ਸਿੱਖਾਂ ਦੀ ਸੁਣਵਾਈ ਹੋਊ, ਹਰੇਕ ਪਾਰਟੀ ਉਹਨਾਂ ਦੀ ਸੁਣਵਾਈ ਕਰੂ, ਰਾਜ ਕਿਸੇ ਦਾ ਵੀ ਆਵੇ। ਸੋ ਇਸ ਕਾਰਨ ਕਰਕੇ ਕੋਈ ਤਾਕਤ ਨਹੀਂ ਵੰਡੀ ਗਈ, ਨਾ ਹੀ ਸਿੱਖ ਵੰਡਿਆ ਗਿਆ ਵਾ। ਮੈਂ ਪਹਿਲੇ ਦਿਨਾਂ 'ਚ ਵੀ ਕਿਹਾ ਕਿ ਅਕਾਲ ਤਖਤ ਵੀ ਉਹੀ ਹੈ। ਹਰਿਆਣੇ ਦੇ ਸਿੱਖਾਂ ਕੋਈ ਅਕਾਲ ਤਖਤ ਥੋੜ੍ਹੀ ਵੱਖਰਾ ਬਣਾ ਲਿਆ, ਗੁਰੂ ਗ੍ਰੰਥ ਸਾਹਿਬ ਥੋੜ੍ਹੀ ਵੱਖਰਾ ਬਣਾ ਲਿਆ। ਗੁਰੂ ਗ੍ਰੰਥ ਸਾਹਿਬ ਵੀ ਉਹੀ, ਅਕਾਲ ਤਖਤ ਵੀ ਉਹੀ ਆ। ਅਸੀਂ ਸਮਰਪਿਤ ਇਹਨਾਂ ਨਾਲੋਂ ਵੀ ਜ਼ਿਆਦਾ ਵਾ ਸਗੋਂ। ਐਸਜੀਪੀਸੀ ਤੇ ਪ੍ਰਭਾਵ ਰਿਹਾ ਅਕਾਲੀ ਦਲ ਦਾ, ਤੁਸੀਂ ਉੱਚੇ ਤੌਰ ਤੇ ਜ਼ਿਕਰ ਕਰਦੇ ਰਹੇ ਹੋ ਕਿ ਬਾਦਲ ਪਰਿਵਾਰ ਦਾ ਜ਼ਿਆਦਾ ਪ੍ਰਭਾਵ ਰਿਹਾ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਿਹਦਾ ਪ੍ਰਭਾਵ ਹੈਗਾ? ਕਿਉਂਕਿ ਤੁਹਾਡੀਆਂ ਵੀ ਮੁਲਾਕਾਤਾਂ ਹੁੰਦੀਆਂ ਰਹੀਆਂ ਨੇ ਹਰਿਆਣਾ ਦੇ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਨਾਲ, ਸੈਕਟਰੀਏਟ ਗੇੜੇ ਵੀ ਲੱਗਦੇ ਰਹੇ ਨੇ ਤੁਹਾਡੇ। ਦੇਖੋ, ਜਿਹੜਾ ਪ੍ਰਬੰਧ ਆ ਉਹਦੇ 'ਚ ਸਰਕਾਰਾਂ ਨਾਲ ਗੱਲਬਾਤ ਕਰਨੀ। ਹੁਣ ਦੇਖੋ, ਅਕਾਲੀ ਦਲ ਦਾ ਪ੍ਰਭਾਵ ਤੁਸੀਂ ਮੰਨਦੇ ਆ, ਆਪ ਮੰਨਦੇ ਆ, ਪਰ ਜਦੋਂ ਕਾਂਗਰਸ ਦੀ ਸਰਕਾਰ ਸੀ, ਬੀਬੀ ਜਗੀਰ ਕੌਰ ਪ੍ਰਧਾਨ ਸੀ, ਉਹ ਕੈਪਟਨ ਅਮਰਿੰਦਰ ਸਿੰਘ ਨਾਲ ਸ਼ਤਾਬਦੀ ਮਨਾਈ ਸੀ ਸੁਲਤਾਨਪੁਰ ਲੋਧੀ 550 ਸਾਲਾ, ਉਹ ਆਪ ਸੱਦਾ ਦੇ ਕੇ ਆਏ ਸੀਗੇ ਕੈਪਟਨ ਅਮਰਿੰਦਰ ਸਿੰਘ ਨੂੰ। ਰਲ ਕੇ ਐਸਜੀਪੀਸੀ ਨੇ, ਪੰਜਾਬ ਸਰਕਾਰ ਨੇ ਉੱਥੇ ਪ੍ਰਬੰਧ ਕੀਤਾ ਸੀਗਾ। ਜਿਹੜੀਆਂ ਸਟੇਟ ਸਰਕਾਰਾਂ ਹੁੰਦੀਆਂ ਜਾਂ ਕੇਂਦਰ ਦੀ ਸਰਕਾਰ, ਉਹਨਾਂ ਨਾਲ ਤਾਲਮੇਲ ਇਹਨਾਂ ਕਮੇਟੀਆਂ ਦਾ ਰਹਿੰਦਾ, ਕਿਉਂਕਿ ਸੰਵਿਧਾਨਕ ਤੌਰ ਤੇ ਬਣੀਆਂ ਨੇ, ਕਾਨੂੰਨੀ ਤੌਰ ਤੇ ਬਣੀਆਂ ਨੇ। ਇੱਕ ਤਾਲਮੇਲ ਜਿਹੜਾ ਉਹ ਰਹਿੰਦਾ। ਜਿਹਦਾ ਵੀ ਰਾਜ ਰਹੇਗਾ, ਸਾਨੂੰ ਜਿਹੜਾ ਪ੍ਰਬੰਧਾਂ ਦੇ ਵਿੱਚ ਕੋਈ ਵੀ ਗੱਲਬਾਤ ਕੋਈ ਆਵੇਗੀ, ਕੋਈ ਢਿਲਾਈ ਆਏ ਜਾਂ ਉਹਨਾਂ ਦੀ ਲੋੜ ਮਹਿਸੂਸ ਹੋਏਗੀ ਕਿ ਸਾਨੂੰ ਸਰਕਾਰੀ ਪੱਖ ਤੋਂ ਇਸ ਮਦਦ ਦੀ ਲੋੜ ਆ, ਤਾਂ ਅਸੀਂ ਉਹਨਾਂ ਨੂੰ ਕਹਿੰਦੇ ਰਹਾਂਗੇ। ਸਾਡੇ ਪੰਥ ਦੇ ਮਸਲੇ, ਗੁਰਦੁਆਰਿਆਂ ਦੇ ਮਸਲੇ। ਪਰ ਮੇਰਾ 2 ਸਾਲ ਦਾ ਕਾਰਜਕਾਲ ਹੈ, ਇੱਥੇ ਬੀਜੇਪੀ ਦੀ ਸਰਕਾਰ ਆ। ਮੇਰੇ 2 ਸਾਲਾਂ ਦੇ ਕਾਰਜਕਾਲ 'ਚ ਬੀਜੇਪੀ ਨੇ ਕਦੇ ਸਾਡੇ ਗੁਰਦੁਆਰਿਆਂ ਦੇ ਪ੍ਰਬੰਧ 'ਚ ਦਖਲ ਨਹੀਂ ਦਿੱਤਾ। ਅਸੀਂ ਜੋ ਉਹਨਾਂ ਨੂੰ ਕਿਹਾ ਵੀ ਸਾਡੇ ਆ ਪ੍ਰਬੰਧਾਂ 'ਚ ਸੁਧਾਰ ਦੀ ਲੋੜ ਹੈ, ਸਰਕਾਰੀ ਤੌਰ ਤੇ ਹੋਣ ਵਾਲਾ ਉਹਨਾਂ ਕਿਹਾ, ਉਹਨਾਂ ਨੇ ਕਰ ਦਿੱਤਾ ਸੀ। ਕਿ ਸਾਡਾ ਜਰਨਲ ਹਾਊਸ ਪੂਰਾ ਨਹੀਂ, 10 ਮੈਂਬਰ ਘੱਟ ਨੇ, ਉਹਨਾਂ ਨੇ ਉਦੋਂ ਨੋਟੀਫਿਕੇਸ਼ਨ ਕਰਕੇ 10 ਮੈਂਬਰ ਨਵੇਂ ਪਾ ਦਿੱਤੇ। ਪਰ ਉਹਨਾਂ ਕਦੇ ਦਖਲ, ਪ੍ਰਬੰਧ ਵਿੱਚ ਦਖਲ ਨਹੀਂ ਕਦੇ ਦਿੱਤਾ ਵੀ ਤੁਸੀਂ ਇੱਦਾਂ ਨਹੀਂ, ਇੱਦਾਂ ਕਰੋ, ਇੱਦਾਂ ਨਹੀਂ, ਜਾਂ ਮਰਜ਼ਾਦਾ ਮੰਨੋ ਜਾਂ ਨਾ ਮੰਨੋ। ਅਕਾਲ ਤਖਤ ਦੀ ਮਰਜ਼ਾਦਾ ਚੱਲ ਰਹੀ। ਅਸੀਂ ਜਦੋਂ ਤੱਕ ਬਲਜੀਤ ਸਿੰਘ ਦਾਦੂਵਾਲ ਸੇਵਾ ਕਰਦਾ ਨਾ, ਮੈਂ ਕਿਸੇ ਬਾਰੇ ਨਹੀਂ ਕਹਿੰਦਾ। ਅਸੀਂ ਗੁਰੂ ਨੂੰ, ਗੁਰੂ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਤੇ ਅਸੀਂ ਗੱਲਬਾਤ। ਹੁਣ ਤੁਸੀਂ ਦੇਖੋ, ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆ। ਅਸੀਂ ਉਹਨਾਂ ਨੂੰ ਵੀ ਕਿਹਾ, ਮੁੱਖ ਮੰਤਰੀ ਪੰਜਾਬ ਨੂੰ, ਵੀ ਸਾਡੇ ਹਰਿਆਣਾ ਦੇ ਹੱਕ ਦੇ ਵਿੱਚ ਤੁਹਾਡੇ ਕਮੈਂਟ ਦੀ ਲੋੜ ਆ, ਵੀ ਸਾਡਾ ਹੱਕ ਮਿਲ ਰਿਹਾ। ਉਹਨਾਂ ਨੇ ਵੀ ਆਪਣੇ ਐਡਵੋਕੇਟ ਜਨਰਲ ਨੂੰ ਕਿਹਾ, ਤੇ ਜਿਹੜਾ ਉਹਨਾਂ ਦਾ ਵਕੀਲ ਪੇਸ਼ ਹੋਇਆ ਸੁਪਰੀਮ ਕੋਰਟ ਦੇ ਵਿੱਚ ਫੈਸਲੇ ਵੇਲੇ ਆਰਗੂਮੈਂਟ 'ਚ, ਉਹਨਾਂ ਨੇ ਸਾਡੇ ਪੱਖ ਦੇ ਵਿੱਚ ਕਮੈਂਟ ਦਿੱਤੇ। ਤਾਂ ਇਹਦੇ ਤੋਂ ਤੁਸੀਂ ਕੀ ਕਹਿ ਸਕਦੇ ਆ? ਇਹੀ ਹੈ ਕਿ ਗੁਰਦੁਆਰਿਆਂ ਦੇ ਪ੍ਰਬੰਧ ਦਾ ਸਰਕਾਰਾਂ ਨਾਲ ਤਾਲਮੇਲ ਰਹਿੰਦਾ ਵਾ, ਕਿਉਂਕਿ ਇੱਕ ਕਾਨੂੰਨੀ ਕਮੇਟੀ ਆ, ਸੰਵਿਧਾਨਕ ਤੌਰ ਤੇ ਬਣੀ ਹੋਈ ਆ। ਤੇ ਇਸ ਕਾਰਨ ਕਰਕੇ ਸਰਕਾਰ ਕਿਸੇ ਦੀ ਪੰਜਾਬ 'ਚ ਕੱਲ ਨੂੰ ਜਿਹੜਾ ਹੈਗਾ ਕਾਂਗਰਸ ਦੀ ਸਰਕਾਰ ਆ ਜੇ, ਪੰਜਾਬ 'ਚ ਬਾਦਲ ਦੀ ਸਰਕਾਰ ਆ ਜੇ, ਤਾਲਮੇਲ ਰੱਖਣਾ ਪਵੇਗਾ। ਤੁਸੀਂ ਤਾਲਮੇਲ ਜਿਹੜਾ ਇਹ ਬਣਿਆ ਰਹਿੰਦਾ ਵਾ ਪ੍ਰਬੰਧ ਦੇ ਵਿੱਚ ਜਿਹੜਾ ਹੈ, ਪਰ ਦਖਲਅੰਦਾਜ਼ੀ ਕਿਸੇ ਤਰ੍ਹਾਂ। ਦਦਵਾਲ ਸਾਹਿਬ, ਇੱਕ ਬੜੀ ਅਹਿਮ ਚੀਜ਼ ਆ ਕਿ ਪਿੱਛੇ ਜੇ ਤੁਹਾਨੂੰ ਵੀ ਯਾਦ ਹੈਗਾ, ਬੜੇ ਉਚੇਚੇ ਤੌਰ ਤੇ ਪੰਥ ਨੇ ਮਹਿਸੂਸ ਕੀਤਾ ਸੀ, ਕਿਉਂਕਿ 2015 ਤੋਂ ਬੇਅਦਬੀਆਂ ਦਾ ਜਿਵੇਂ ਦੌਰ ਸ਼ੁਰੂ ਹੋਇਆ ਤਾਂ ਬਹੁਤ ਸਾਰੀਆਂ ਚੀਜ਼ਾਂ ਲੋਕਾਂ ਦੇ ਧਿਆਨ ਦੇ ਵਿੱਚ ਆਈਆਂ। ਤਾਂ ਸਰਬੱਤ ਖਾਲਸਾ ਦੀ ਕਾਲ ਦਿੱਤੀ ਗਈ ਸੀ। ਉਹਦੇ ਦੌਰਾਨ ਬਹੁਤ ਵੱਡੇ ਵੱਡੇ ਫੈਸਲਿਆਂ ਦਾ ਜ਼ਿਕਰ ਕੀਤਾ ਗਿਆ ਸੀ, ਤੁਹਾਨੂੰ ਵੀ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਸੀ। ਮੁਤਬਾਜੀ ਜਥੇਦਾਰ ਦਾ ਇੱਕ ਸ਼ਬਦ ਸਾਹਮਣੇ ਆਇਆ ਸੀਗਾ ਕਿ ਜਿਹੜੇ ਜਥੇਦਾਰ ਬੈਠੇ ਹੋਏ ਨੇ ਉਸ ਤਰੀਕੇ ਨਾਲ ਭੂਮਿਕਾ ਨਹੀਂ ਨਿਭਾਈ ਜਾ ਰਹੀ, ਤਾਂ ਇਸ ਵੇਲੇ ਅਸੀਂ ਵੱਖਰੇ ਤੌਰ ਤੇ ਜਥੇਦਾਰ ਐਲਾਨਾਂਗੇ। ਸਰਬੱਤ ਖਾਲਸਾ ਦੀ ਉਹ ਜਿਹੜੀ ਕਾਲ ਸੀ, ਉਸ ਤੋਂ ਬਾਅਦ ਕੀ ਬਣਿਆ? ਸਰਬੱਤ ਖਾਲਸਾ ਕਿੱਥੇ ਹੈਗਾ? ਉਹ ਜਿਹੜੇ ਉਹਦੇ ਵੱਲੋਂ ਫੈਸਲੇ ਲਏ ਗਏ ਸੀ, ਉਹਨਾਂ ਦਾ ਕੀ ਇਸ ਵੇਲੇ ਰੋਲ ਹੈਗਾ? ਜਾਂ ਜਿਹੜੇ ਜਥੇਦਾਰ ਥਾਪੇ ਗਏ ਸੀ, ਉਹਨਾਂ ਦੀ ਕੀ ਭੂਮਿਕਾ ਰਹੀ ਹੈ? ਦੇਖੋ, ਜਿਹੜਾ ਉਸ ਵੇਲੇ ਹਾਲਾਤ ਐਸੇ ਸੀ, ਜਦੋਂ ਸੌਦਾ ਸਾਧ ਨੂੰ ਮਾਫੀਨਾਮਾ ਜਾਰੀ ਕਰਤਾ, ਬੇਅਦਬੀ ਹੋਈ, ਉਹਨਾਂ ਦੇ ਰਾਜ ਵਿੱਚ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੋਂ ਫਖਰੇ ਕੌਮ ਤੇ ਪੰਥ ਰਤਨ ਦੇ ਅਵਾਰਡ ਲਏ ਸੀਗੇ, ਉਹਨਾਂ ਦੇ ਰਾਜ 'ਚ ਗੁਰੂ ਗ੍ਰੰਥ ਸਾਹਿਬ ਦੀ ਵੀ ਸੁਰੱਖਿਆ ਨਾ ਹੋ ਸਕੀ। ਔਰ ਜਿਨ੍ਹਾਂ ਦਾ ਦਾਅਵਾ ਸੀ ਕਿ ਪੰਜਾਬ 'ਚ ਤੁਰੀ ਜਾਂਦੀ ਕੀੜੀ ਵੀ ਸਾਨੂੰ ਦਿਸਦੀ ਹੈ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਚੋਰੀ ਕਰਨ ਵਾਲੇ ਨਾ ਦਿਸੇ, ਬੇਅਦਬੀ ਕਰਨ ਵਾਲੇ ਨਾ ਦਿਸੇ। ਜਿਹੜੇ ਪੱਤਰੇ ਪਾੜ ਕੇ ਖਿਲਾਰ ਦਿੱਤੇ, ਉਸ ਤੋਂ ਜਿਹੜੇ ਬਾਕੀ ਮਹਾਰਾਜ ਦਾ ਅੰਗ ਸੀ, ਉਹ ਨਹੀਂ ਅਜੇ ਤੱਕ ਉਹਨਾਂ ਨੂੰ ਮਿਲਿਆ। ਸੋ ਇਸ ਕਾਰਨ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਉਸ ਵੇਲੇ ਜਦੋਂ ਇਦਾਂ ਦੇ ਹਾਲਾਤ ਸੀ, ਉਦੋਂ ਪੰਥ ਨੇ ਆਪਣਾ ਫੈਸਲਾ ਲਿਆ। ਪੰਥ ਰੋਜ਼ ਸੀ ਇਕੱਠਾ ਹੋਇਆ, ਆਪਣੇ ਫੈਸਲੇ ਕੀਤੇ, ਜਥੇਦਾਰੀ ਦੀ ਸੇਵਾ ਜਿਹੜੀ ਲਾਈ ਅਸੀਂ ਨਿਭਾਈ ਜਿੰਨਾ ਚਿਰ ਸੀ। ਪਰ ਜਿਸ ਵੇਲੇ ਸਾਡੇ ਮੋਰਚਾ ਡਿਕਟੇਟਰ, ਜਿਵੇਂ ਉੱਥੇ ਬਰਗਾੜੀ ਦਾ ਇਨਸਾਫ ਮੋਰਚਾ ਚੱਲਿਆ, ਕਾਰਜਕਾਰੀ ਜਥੇਦਾਰ, ਉਹਨਾਂ ਨੇ ਆਪਣੀ ਮਨਮਰਜ਼ੀ ਨਾਲ ਫੈਸਲਾ ਕਰ ਲਿਆ, ਭਰੋਸੇ 'ਚ ਨਹੀਂ ਲਿਆ। ਧਿਆਨ ਸਿੰਘ ਮੰਡ ਦੇ ਨਾਲ ਤੁਹਾਡੇ ਵਿਚਾਰ ਨਹੀਂ ਸੀ ਉਦੋਂ ਵੇਲੇ? ਬਿਲਕੁਲ ਨਹੀਂ। ਤੁਸੀਂ ਉਸ ਵੇਲੇ ਤੋਂ ਮੇਰੀਆਂ ਸਟੇਟਮੈਂਟਾਂ ਪੜ੍ਹ ਰਹੇ ਹੋ। ਉਸ ਦਿਨ ਤੋਂ ਮੈਂ ਉਹਨਾਂ ਦੇ ਕਿਸੇ ਪ੍ਰੋਗਰਾਮ 'ਚ ਮੈਂ ਪਾਰਟਿਸਿਪੇਟ ਨਹੀਂ ਕੀਤਾ।
ਤੇ ਮੈਂ ਉਹਦਾ ਹਿੱਸਾ ਨਹੀਂ ਰਿਹਾ। ਹੁਣ ਵੀ ਉਹਨਾਂ ਨੇ ਇਕੱਠ ਕੀਤਾ ਸੀ, ਮੈਨੂੰ ਸੱਦਾ ਦਿੱਤਾ, ਮੈਂ ਨਹੀਂ ਗਿਆ, ਪਹਿਲਾਂ ਤੋਂ ਹੀ ਨਹੀਂ ਮੈਂ ਗਿਆ। ਔਰ ਇਸ ਕਾਰਨ ਕਰਕੇ ਮੈਂ ਇਹ ਕਹਿਣਾ ਚਾਹੁੰਦਾ, ਦੇਖੋ ਜਿੰਨਾ ਚਿਰ ਜੋ ਮੈਂ ਸੇਵਾ ਨਿਭਾ ਸਕਦਾ ਸੀ ਨਿਭਾਈ। ਜਦੋਂ ਮੈਨੂੰ ਹਰਿਆਣਾ ਕਮੇਟੀ ਦੀ ਸੇਵਾ ਦੇ ਦਿੱਤੀ ਤੇ ਮੈਂ ਉੱਧਰ ਉਹਨਾਂ ਨਾਲ ਸੇਵਾ ਨਿਭਾ ਨਹੀਂ ਸੀ ਸਕਦਾ, ਤੇ ਜਦੀ ਸੇਵਾ ਨਿਭਾ ਨਾ ਸਕਦੇ ਹੋਈ ਉਹਦੇ ਤੇ ਪਕੜ ਨਹੀਂ ਰੱਖਣੀ ਚਾਹੀਦੀ, ਤਾਂ ਮੈਂ ਆਪਣਾ ਜਿਹੜਾ ਅਸਤੀਫਾ ਸੀ ਉਹ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬੇਨਤੀ ਰੂਪ 'ਚ ਰੱਖ ਦਿੱਤਾ ਤੇ ਪੰਥ ਨੂੰ ਕਿਹਾ ਕਿ ਮੇਰੀ ਜਗ੍ਹਾ ਤੇ ਤੁਸੀਂ ਜਿਹਨੂੰ ਮਰਜ਼ੀ ਸੇਵਾਦਾਰ ਲਾ ਸਕਦੇ ਹੋ, ਵੀ ਮੈਂ ਇਹ ਸੇਵਾ ਜਿਹੜੀ ਆ ਨਿਭਾਉਣ ਤੋਂ ਅਸਮਰਥ ਹਾਂ। ਕਿਉਂਕਿ ਜਿਹੜੇ ਸਾਡੇ ਕਾਰਜਕਾਰੀ ਜਥੇਦਾਰ ਨੇ ਉਹ ਜਥੇਦਾਰ ਤਾਂ ਜਿਹੜਾ ਹੈਗਾ ਆਪਣਾ ਕਿਸੇ ਨੂੰ ਭਰੋਸੇ 'ਚ ਨਹੀਂ ਲੈਂਦੇ, ਗੱਲਬਾਤ ਨਹੀਂ, ਇਸ ਕਰਕੇ ਮੈਂ ਉਹਨਾਂ ਨਾਲ ਸੇਵਾ ਨਹੀਂ। ਉਹਨਾਂ ਨੇ ਗਲਤ ਡਿਸੀਜਨ ਲਿਆ। ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਫੋਨ ਤੇ ਗੱਲ ਕਰਕੇ ਸਿਖਰ ਤੇ ਗਿਆ ਮੋਰਚਾ ਜਿਹੜਾ ਸੀ ਬਰਗਾੜੀ ਬੇਅਦਬੀ ਇਨਸਾਫ ਦਾ, ਬੰਦੀ ਸਿੰਘਾਂ ਦੀ ਰਿਹਾਈ ਦਾ, ਉਹਨੂੰ ਜਿਹੜਾ ਉਹਨਾਂ ਨੇ ਸਬੋਤਾਜ ਕਰ ਦਿੱਤਾ। ਫਿਰ ਉਹਦੇ ਵਾਸਤੇ ਉਹਨਾਂ ਨੇ ਮੁਆਫੀ ਵੀ ਮੰਗੀ ਅਕਾਲ ਤਖਤ ਤੋਂ ਜਾ ਕੇ। ਤੁਸੀਂ ਦੇਖੋ, ਭਾਵੇਂ ਉਹਦੇ ਬਾਰੇ ਮੈਨੂੰ ਵੀ ਬਹੁਤ ਲੋਕਾਂ ਨੇ ਕਿਹਾ, ਕਿਉਂਕਿ ਮੈਂ ਸੈਕੰਡ ਸੀਗਾ ਉਹਦੇ ਵਿੱਚ ਔਰ ਉਹ ਫਸਟ ਸੀਗੇ, ਮੇਨ ਸੀਗੇ, ਮੈਨੂੰ ਵੀ ਨਾਲ ਜਿਹੜਾ ਸੀਗਾ ਜਵਾਬਦੇਹ ਹੋਣਾ ਪਿਆ। ਪਰ ਹੁਣ ਜੇ ਗਲਤੀ ਕੀਤੀ ਸੀ ਜਥੇਦਾਰ ਨੇ ਤਾਂ ਜਾ ਕੇ ਅਕਾਲ ਤਖਤ ਤੋਂ ਪੰਥ ਤੋਂ ਮੁਆਫੀ ਮੰਗੀ ਕਿ ਮੇਰੇ ਤੋਂ ਗਲਤੀ ਹੋਈ ਹੈ ਤੇ ਗਲਤੀ ਮੇਰੀ ਸੀ, ਕਿਉਂਕਿ ਗਲਤੀ ਉਹਨਾਂ ਨੇ ਕੀਤੀ ਸੀ, ਇਸ ਕਾਰਨ ਕਰਕੇ ਉਹਨਾਂ ਪੰਥ ਤੋਂ ਮੁਆਫੀ ਵੀ ਮੰਗੀ। ਇਸ ਵਕਤ ਵੀ ਕਿਉਂਕਿ 2015 ਤੋਂ ਲੈ ਕੇ ਅਸੀਂ ਅੱਜ 2022 ਦੇ ਵਿੱਚ ਬੈਠੇ ਹਾਂ, ਹਾਲੇ ਤੱਕ ਵੀ ਬੇਅਦਬੀ ਦੇ ਮਾਮਲਿਆਂ ਦਾ ਇਨਸਾਫ ਅਸੀਂ ਉਡੀਕ ਰਹੇ ਹਾਂ। ਹਾਲੇ ਉਡੀਕ ਇਹ ਹੋਰ ਕਿੰਨੀ ਲੰਬੀ ਹੋਣੀ ਇਹਦਾ ਕੋਈ ਅੰਦਾਜ਼ਾ ਨਹੀਂ, ਕਿਉਂਕਿ ਅਦਾਲਤਾਂ ਦੇ ਵਿੱਚ ਮਾਮਲੇ ਲਟਕਾਏ ਜਾ ਰਹੇ ਨੇ ਜਾਂ ਸਿਆਸੀ ਤੌਰ ਤੇ ਚਾਲਾਂ ਖੇਡੀਆਂ ਜਾ ਰਹੀਆਂ, ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਨੇ। ਕਾਰਨ ਤੁਹਾਨੂੰ ਕੀ ਲੱਗਦੇ ਨੇ? ਅਕਾਲੀ ਦਲ ਤਾਂ ਇਸ ਵੇਲੇ ਸੁਰਖਰੂ ਮੰਨਦਾ ਆਪਣੇ ਆਪ ਨੂੰ, ਕਹਿੰਦੇ ਕਿ ਜਿਹੜੀ ਭਗਵੰਤ ਮਾਨ ਨੇ ਸਿੱਖ ਪੰਥ ਦੇ ਲੋਕਾਂ ਨੂੰ ਰਿਪੋਰਟ ਸੌਂਪੀ ਆ ਉਹਦੇ ਵਿੱਚ ਕਿਤੇ ਵੀ ਬਾਦਲ ਪਰਿਵਾਰ ਦਾ ਜ਼ਿਕਰ ਨਹੀਂ ਹੈਗਾ, ਜਦ ਕਿ 2022-2017 ਦੇ ਵਿੱਚ ਚੋਣਾਂ ਹੀ ਇਸ ਆਧਾਰ ਤੇ ਲੜੀਆਂ ਗਈਆਂ ਕਿ ਬੇਅਦਬੀ ਜਿਹੜੀ ਸੀ ਉਹ ਬਾਦਲ ਪਰਿਵਾਰ ਦੀ ਸ਼ਹਿ ਤੇ ਹੋਈ। ਦੇਖੋ, ਪਹਿਲੀ ਗੱਲ ਤਾਂ ਇਹ ਆ ਕਿ ਇਹਦੇ 'ਚ ਦੇਰੀ ਤਾਂ ਹੋਈ ਕਿ ਜਦੋਂ ਬੇਅਦਬੀ ਹੋਈ ਉਹਨਾਂ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਇਆ, ਛਤਰ ਛਾਇਆ ਦਿੱਤੀ, ਉਹਨਾਂ ਨੂੰ ਪਨਾਹ ਦਿੱਤੀ, ਕਿਉਂਕਿ ਉਹਦੇ 'ਚ ਡੇਰਾ ਸਿਰਸਾ ਮੁਖੀ ਤੇ ਉਹਦੇ ਪੈਰੋਕਾਰਾਂ ਦਾ ਨਾਂ ਆਇਆ ਸੀਗਾ। ਉਹ ਫੜੇ ਵੀ ਗਏ ਬਕਾਇਦਾ, ਜਾਂਚ ਕਮਿਸ਼ਨਾਂ ਨੇ ਵੀ, ਸਿੱਟਾਂ ਨੇ ਵੀ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ। ਫਿਰ ਦੂਸਰੀ ਗੱਲ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਜਾਂਚ ਕਮਿਸ਼ਨ ਬਣਿਆ, ਉਹਦੇ 'ਚ ਵੀ ਇਹੀ। ਫਿਰ ਚੰਨੀ ਦੀ ਸਰਕਾਰ ਵੇਲੇ ਵੀ ਗੱਲ, ਭਗਵੰਤ ਮਾਨ ਦੀ ਸਰਕਾਰ ਆਈ ਤੇ ਹੁਣ ਵੀ ਜਿਹੜੇ ਕਹਿੰਦੇ ਅਸੀਂ ਸੁਰਖਰੂ ਆ, ਫਿਰ ਉਹ ਦੱਸਣ ਉਹਨਾਂ ਨੂੰ ਸਿੱਟ ਕਿਉਂ ਬੁਲਾ ਰਹੀ ਆ। ਸੁਖਬੀਰ ਸਿੰਘ ਬਾਦਲ ਨੂੰ ਬਹਿਬਲ ਕਲਾਂ ਵਾਲੀ ਸਿੱਟ ਨੇ ਵੀ ਬੁਲਾਇਆ ਤੇ ਕੋਟਕਪੂਰਾ ਵਾਲੀ ਸਿੱਟ ਨੇ ਵੀ ਬੁਲਾਇਆ। ਜੇਕਰ ਦੋਸ਼ੀ ਨਹੀਂ ਹੈ ਤੇ ਫਿਰ ਸਿੱਟ ਕਿਉਂ ਬੁਲਾ ਕੇ ਪੁੱਛਗਿੱਛ ਉਹਨਾਂ ਨੂੰ ਕਰ ਰਹੀ, ਕਿਉਂ ਉਹਨਾਂ ਨੂੰ ਉਸ ਜਾਂਚ ਦਾ ਹਿੱਸਾ ਬਣਾਇਆ ਹੋਇਆ। ਬਾਕੀ ਜਿਹੜੇ ਬੇਅਦਬੀ ਦੇ ਦੋਸ਼ੀ ਸੀ ਉਹ ਫੜੇ, ਜੇਲ੍ਹਾਂ 'ਚ ਗਏ, ਜ਼ਮਾਨਤਾਂ ਤੇ ਬਾਹਰ ਆਏ। ਜਿਹੜਾ ਮੁੱਖ ਸਾਜ਼ਿਸ਼ ਘਾੜਾ ਸੀ ਉਹ ਜੇਲ੍ਹ 'ਚ ਹੈ, ਸੁਨਾਰੀਆ ਦੀ ਜੇਲ੍ਹ 'ਚ, ਜੋ ਸਿੱਟ ਨੇ ਦੱਸਿਆ, ਜੋ ਜਾਂਚ ਕਮਿਸ਼ਨ ਨੇ ਦੱਸਿਆ, ਉਹਦਾ ਪ੍ਰੋਡਕਸ਼ਨ ਵਾਰੰਟ ਲੈ ਕੇ ਉਹਨੂੰ ਪੰਜਾਬ 'ਚ ਲਿਆ ਕੇ ਪੁੱਛਗਿੱਛ ਕਰਨੀ ਚਾਹੀਦੀ। ਉਹਦੇ 'ਚ ਹਾਈ ਕੋਰਟ ਰੁਕਾਵਟ ਬਣੀ ਕਿ ਹਾਈ ਕੋਰਟ ਨੇ ਮਨਾ ਕਰ ਦਿੱਤਾ, ਪਰ ਇਹ ਪੰਜਾਬ ਸਰਕਾਰ ਦਾ ਬਣਦਾ ਕਿ ਉਹ ਸੁਪਰੀਮ ਕੋਰਟ 'ਚ ਜਾਵੇ। ਪੰਜਾਬ ਸਰਕਾਰ ਨੂੰ ਇਹਨਾਂ ਨੇ ਕਿਉਂਕਿ ਸੱਤਾ 'ਚ ਆਉਣ ਤੋਂ ਪਹਿਲਾਂ ਵਾਅਦਾ ਵੀ ਕੀਤਾ ਸੀ ਵੀ ਅਸੀਂ 24 ਘੰਟਿਆਂ 'ਚ ਮਸਲਾ ਹੱਲ ਕਰ ਦਾਂਗੇ। ਬਿਲਕੁਲ ਇਸ ਗੱਲ ਤੇ ਫੇਲ ਹੋਏ ਆ। ਜਿਹੜਾ ਉਹਨਾਂ ਨੇ ਕਿਹਾ ਸੀ ਕੇਜਰੀਵਾਲ ਨੇ ਕਿ 24 ਘੰਟਿਆਂ 'ਚ ਅਸੀਂ ਇਨਸਾਫ ਦੇਵਾਂਗੇ, ਹੁਣ ਤੱਕ ਕਿੰਨੇ 24 ਘੰਟੇ ਲੱਗ ਗਏ, 24 ਮਹੀਨੇ ਵੀ ਲੰਘ ਜਾਣੇ। ਮੈਨੂੰ ਲੱਗਦਾ ਕਿ ਉਹ ਇਸ ਪਾਸੇ ਤੁਰ ਨਹੀਂ ਰਹੇ, ਪਰ ਅਸੀਂ ਆਸ ਕਰਦੇ ਹਾਂ। ਸਿੱਖ ਹਮੇਸ਼ਾ ਆਸਵੰਦ ਰਿਹਾ। ਆ ਦੇਖੋ ਕਿੰਨਾ ਚਿਰ ਅਸੀਂ 84 ਦੇ ਕਤਲੇਆਮ ਦਾ ਇਨਸਾਫ ਮੰਗਦੇ ਰਹੇ ਹਾਂ, ਕਿੰਨਾ ਚਿਰ, 30 ਸਾਲਾਂ ਬਾਅਦ ਜਾ ਕੇ ਕਿਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਆਈ ਤੇ ਉਹਨਾਂ ਨੇ ਸੱਜਣ ਕੁਮਾਰ ਨੂੰ ਅੰਦਰ ਜਿਹੜਾ ਸੀ ਉਹ ਕੀਤਾ, ਕਾਨੂੰਨੀ ਲੜਾਈ ਵਧੀਆ ਦਿੱਤੀ ਤੇ ਸੱਜਣ ਕੁਮਾਰ ਅੰਦਰ ਹੋਇਆ, ਨਹੀਂ ਤਾਂ ਸੱਜਣ ਕੁਮਾਰ ਹੀ ਅੰਦਰ ਨਹੀਂ ਸੀ ਹੋਇਆ। ਅਸੀਂ ਲੜਾਈ ਲੜ ਰਹੇ ਹਾਂ, ਪੰਥ ਲੜ ਰਿਹਾ, ਮੋਰਚੇ ਵਿਚਾਰ ਸਭ ਚੱਲ ਰਹੀ ਆ। ਅਸੀਂ ਆਸਮਾਨ ਦਾ ਸਮਾਂ ਵੱਧ ਘੱਟ ਲੱਗ ਸਕਦਾ, ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਜਿਹੜੇ ਬਖਸ਼ੇ ਨਹੀਂ ਜਾਣਗੇ, ਇਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣਗੇ। ਸਮਾਂ ਬਦਲੇਗਾ, ਸਰਕਾਰਾਂ ਬਦਲਣਗੀਆਂ, ਪਰ ਇਨਸਾਫ ਦੀ ਆਸ ਲੈ ਕੇ ਅਸੀਂ ਤੁਰੇ ਹਾਂ ਤੇ ਆਸਵੰਦ ਆ ਕਿ ਇੱਕ ਨਾ ਇੱਕ ਦਿਨ ਚਾਹੇ ਭਗਵੰਤ ਮਾਨ ਦੀ ਸਰਕਾਰ ਚਾਹੇ ਕੋਈ ਹੋਰ, ਉਹਨਾਂ ਨੂੰ ਇਨਸਾਫ ਕਰਨਾ ਪਊਗਾ। ਅਖੀਰ ਤੇ ਦਾਦੂਵਾਲ ਸਾਹਿਬ, ਇਸ ਵੇਲੇ ਇੱਕ ਬੜੀ ਵੱਖਰੀ ਚਰਚਾ ਛਿੜੀ ਹੋਈ ਹੈ, ਤੁਸੀਂ ਵੀ, ਤੁਹਾਡੇ ਵੀ ਧਿਆਨ ਦੇ ਵਿੱਚ ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ ਹੋਣੀਆਂ। ਅੰਮ੍ਰਿਤਪਾਲ ਸਿੰਘ ਨਾਮ ਦਾ ਇੱਕ ਨੌਜਵਾਨ ਲੋਕਾਂ ਦੇ ਵਿੱਚ ਵਿਚਰ ਰਿਹਾ, ਵੱਖ-ਵੱਖ ਧਾਰਮਿਕ ਸਮਾਗਮਾਂ ਤੇ ਜਾ ਰਿਹਾ, ਵੱਡੇ ਬਿਆਨ ਦੇ ਰਿਹਾ, ਪੰਥ ਨੂੰ ਕਹਿ ਰਿਹਾ ਕਿ ਸਿਰਾਂ ਦੀ ਲੋੜ ਹੈਗੀ ਹੈ, ਇਸ ਵੇਲੇ ਫਿਰ ਸ਼ਹਾਦਤਾਂ ਦੀ ਲੋੜ ਹੈਗੀ ਹੈ। ਤੁਸੀਂ ਉਸ ਦੀ ਭੂਮਿਕਾ ਨੂੰ ਕਿਸ ਨਜ਼ਰੀਏ ਦੇਖਦੇ ਹੋ? ਕਿਉਂਕਿ ਇਸ ਵੇਲੇ ਪੰਥ ਦੇ ਸਾਹਮਣੇ ਸਮੱਸਿਆਵਾਂ ਬਹੁਤ ਨੇ। ਇੱਕ ਵਾਰ ਦੁਬਾਰਾ ਉੱਦਾਂ ਦੀਆਂ ਗੱਲਾਂ, ਉੱਦਾਂ ਦੇ ਗਰਮ ਬਿਆਨ ਦਿੱਤੇ ਜਾ ਰਹੇ ਨੇ ਜਿਹੜੇ ਕਾਫੀ ਸਮਾਂ ਪਹਿਲਾਂ ਦਿੱਤੇ ਜਾ ਰਹੇ ਸੀ, ਕੁਝ ਦਹਾਕੇ ਪਹਿਲਾਂ ਦਿੱਤੇ ਜਾ ਰਹੇ ਸੀ, ਤੇ ਉਸ ਦੀ
ਜਿਹੜੀ ਪੂਰੀ ਕਹਾਣੀ ਹੈ ਤੁਹਾਡੇ ਜ਼ਿਹਨ ਦੇ ਵਿੱਚ ਵੀ ਛਪੀ ਹੋਣੀ ਹੈ। ਇਹ ਅੰਮ੍ਰਿਤਪਾਲ ਸਿੰਘ ਨਾਮ ਦਾ ਨੌਜਵਾਨ ਤੁਸੀਂ ਕਿਸ ਨਜ਼ਰੀਏ ਨੂੰ ਦੇਖਦੇ? ਦੇਖੋ, ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਅੰਮ੍ਰਿਤ ਛਕਣਾ ਛਕਾਉਣਾ, ਨਾਮ ਜਪਣਾ ਜਪਾਉਣਾ, ਨਸ਼ਿਆਂ ਤੋਂ ਰਹਿਤ ਕਰਨਾ, ਪਤਿਤ ਪੁਣੇ ਤੋਂ ਰਹਿਤ ਕਰ, ਗੁਰੂ ਦੇ ਲੜ ਨਾਲ ਜੋੜਨਾ, ਇਹ ਤਾਂ ਰੂਟੀਨ 'ਚ ਚੱਲਦਾ। ਮੈਨੂੰ 27 ਸਾਲ ਹੋ ਗਏ ਆ। ਮੈਂ ਜਿੱਥੇ ਵੀ ਪ੍ਰਚਾਰ ਲਈ ਜਾਂਦਾ, ਅੰਮ੍ਰਿਤ ਸੰਚਾਰ ਹੁੰਦਾ, ਪ੍ਰੇਰੀ ਦਾ ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਿਰ ਗੁਰੂ ਨੂੰ ਭੇਟਾ ਕਰੋ। ਇਹਦਾ ਅਸੀਂ ਵੀ ਕਹਿੰਦੇ, ਗੁਰੂ ਕਹਿ ਰਿਹਾ ਜਦੋਂ ਜੋ ਤੋਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਤਾਂ ਗੁਰੂ ਕਹਿ ਰਿਹਾ ਤੇ ਗੁਰੂ ਨੂੰ ਸਮਰਪਿਤ। ਅੱਜ ਸਿਰਾਂ ਨੂੰ ਵਰਤਣ ਦੀ ਲੋੜ ਆ। ਸਿਰ ਬਹੁਤ ਦਿੱਤੇ ਅਸੀਂ, ਬੜੀਆਂ ਕੁਰਬਾਨੀਆਂ ਹੋਈਆਂ ਨੇ ਸਾਡੇ ਸਿਰਾਂ ਤੇ। ਸਿੱਖੀ ਦੇ ਮਹਿਲ ਖੜੇ ਬਜ਼ੁਰਗਾਂ ਦੇ ਸਿਰਾਂ ਨੂੰ ਵਰਤ ਕੇ ਅਸੀਂ ਕੌਮ ਤੇ ਪੰਥ ਦੀ ਭਲਾਈ ਲਈ ਕੰਮ ਕਰਨਾ। ਬਾਕੀ ਅੰਮ੍ਰਿਤਪਾਲ ਸਿੰਘ ਕੋਈ ਮੁੱਦਾ ਨਹੀਂ, ਮੀਡੀਆ ਦਾ ਬਣਾਇਆ ਹੋਇਆ ਮੁੱਦਾ। ਉਹ ਨੌਜਵਾਨ ਗੁਰੂ ਨਾਲ ਜੋੜ ਲਿਆ, ਚੰਗੀ ਗੱਲ, ਸ਼ਲਾਘਾ ਕਰਦੇ ਆ। ਪਰ ਜਿੱਥੇ ਤੁਸੀਂ ਇਹ ਮੁੱਦਾ ਜਿਹੜਾ ਨਾ ਮੀਡੀਆ ਦਾ ਮੁੱਦਾ ਵਾ, ਉਹਨੇ ਕੋਈ ਬੰਦੇ ਨਹੀਂ ਮਾਰੇ, ਉਹਨੇ ਕੋਈ ਜਾ ਕੇ ਕੋਈ ਮੰਦਿਰ ਮਸਜਿਦ ਗੁਰਦੁਆਰਾ ਨਹੀਂ ਢਾਇਆ, ਉਹਨੇ ਕੋਈ ਇਸ ਤਰ੍ਹਾਂ ਉਹਦਾ ਧਰਮ ਨਾਲ ਜੁੜਨ ਦੀ ਪ੍ਰੇਰਨਾ ਕਰ ਰਿਹਾ, ਜਦ ਉਹ ਕੋਈ ਹਿੰਸਕ ਕਾਰਵਾਈ ਨਹੀਂ ਕਰ ਰਿਹਾ। ਸੋ ਇਸ ਕਾਰਨ ਕਰਕੇ ਮੈਂ ਸਮਝਦਾ ਤਾਂ ਕੋਈ ਬੰਦਾ ਫੜਾਉਣ ਦੀ ਲੋੜ ਨਹੀਂ, ਸੋਧਾ ਅਸੀਂ ਸਿੱਧਾ ਆਪ ਹੀ ਲਾ। ਦੇਖੋ, ਦਰਬਾਰ ਸਾਹਿਬ ਤਾਂ ਲਾ ਹੀ ਦਿੱਤਾ ਸੀਗਾ ਸੰਗਤਾਂ ਨੇ। ਦਰਬਾਰ ਸਾਹਿਬ ਜਦੋਂ ਇੱਕ ਹੱਦ ਤੱਕ ਗੱਲ ਹੁੰਦੀ ਆ, ਅਸੀਂ ਜਿੱਥੇ ਰਹਿੰਦੇ ਆ ਕਾਨੂੰਨ ਦਾ ਦਾਇਰਾ ਵੀ ਆ। ਜਦੋਂ ਕੋਈ ਸਾਡੇ ਸਾਹਮਣੇ ਕੋਈ ਇਦਾਂ ਦੀ ਗੱਲ ਹੁੰਦੀ, ਅਸੀਂ ਪ੍ਰਸ਼ਾਸਨ ਕੋਲ ਜਾਂਦੇ ਆ, ਪੁਲਿਸ ਪ੍ਰਸ਼ਾਸਨ ਕੋਲ ਜਾਂਦੇ ਆ, ਅਦਾਲਤਾਂ ਨੇ, ਸਰਕਾਰਾਂ ਨੇ, ਕਿੰਨਾ ਕੁਝ ਆ ਸਾਡੇ ਕੋਲ। ਪਰ ਕਈ ਵਾਰ ਹਾਲਾਤ ਇਦਾਂ ਦੇ ਹੁੰਦੇ, ਜਿਸ ਤਰ੍ਹਾਂ ਦਰਬਾਰ ਸਾਹਿਬ ਦੀ ਘਟਨਾ ਸੀ, ਉਹਨਾਂ ਵੇਖਿਆ ਵੀ ਜੇ ਦਰਬਾਰ ਸਾਹਿਬ ਨੂੰ ਹੀ ਆ ਕੇ ਬੇਅਦਬੀ ਨੂੰ ਕਰਨ ਦੀ ਕੋਸ਼ਿਸ਼ ਕਰ ਲਈ ਤੇ ਪਿੱਛੇ ਕੀ ਆ, ਹਾਜ਼ਰ ਸੰਗਤਾਂ ਨੇ ਸੋਧਾ ਲਾ ਹੀ ਦਿੱਤਾ ਉੱਥੇ। ਕੁਝ ਸਿੱਧੀਆਂ ਗੱਲਾਂ ਕਰ ਲਈਏ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮੈਂ ਸੁਖਬੀਰ ਸਿੰਘ ਬਾਦਲ ਦੀ ਗੱਲ ਕਰ ਰਿਹਾ ਸੀ, ਕਹਿੰਦੇ ਕਿ ਏਜੰਸੀਆਂ ਦਾ ਬੰਦਾ ਹੈਗਾ ਤਦ ਬੋਲ। ਦੇਖੋ, ਮੈਂ ਪਹਿਲਾਂ ਕਹਿ ਚੁੱਕਿਆ ਉਹਦੇ ਬਾਰੇ ਕਿ ਮੈਨੂੰ ਤਾਂ ਸਰਦਾਰ ਬਾਦਲ ਸਾਹਿਬ ਦੱਸ ਸਕਦੇ ਨੇ ਵੀ ਉਹ ਕਿਹੜੀ ਏਜੰਸੀ ਦੇ ਨੇ ਤੇ ਉਹ ਕਿਸ ਕਾਰਨ ਕਰਕੇ ਮੈਨੂੰ ਕਿਹੜੀ ਏਜੰਸੀ ਨਾਲ ਜੋੜ ਰਹੇ ਨੇ। ਇਹ ਤਾਂ ਸਰਦਾਰ ਬਾਦਲ ਸਾਹਿਬ ਦੱਸ ਸਕਦੇ ਨੇ, ਕਿਉਂਕਿ ਜਿਨ੍ਹਾਂ ਨਾਲ ਹੁਣ ਤੱਕ ਉਹਨਾਂ ਦਾ ਅਲਾਇੰਸ ਰਿਹਾ, ਮੈਨੂੰ ਉਹਨਾਂ ਨਾਲ ਜੋੜੇ। ਜਦੋਂ ਤੱਕ ਤੁਹਾਡਾ ਅਲਾਇੰਸ ਸੀ ਉਦੋਂ ਤੱਕ ਉਹ ਏਜੰਸੀਆਂ ਵੀ ਚੰਗੀਆਂ ਸੀ, ਬੀਜੇਪੀ ਵੀ ਚੰਗੀ ਸੀ, ਸਾਰਾ ਕੁਝ ਚੰਗਾ। ਅੱਜ ਤੁਹਾਡਾ ਅਲਾਇੰਸ ਟੁੱਟ ਗਿਆ, ਅਸੀਂ ਪੰਥ ਤੇ ਕੌਮ ਦੇ ਕੰਮ ਉਹਨਾਂ ਨੂੰ ਕਹਿ ਦਿੱਤੇ। ਬੀਜੇਪੀ ਸਰਕਾਰ ਸਾਡੇ ਹਰਿਆਣਾ 'ਚ, ਕੇਂਦਰ 'ਚ, ਤੇ ਅਸਲ ਇਹ ਵੀ ਉਹਨਾਂ ਨੂੰ ਹੀ ਜਾ ਕੇ ਕਹਿੰਦੇ ਆ। ਹੁਣ ਇਹਨਾਂ ਨੇ ਅਮਿਤ ਸ਼ਾਹ ਜੀ ਨੂੰ ਚਿੱਠੀ ਲਿਖੀ ਆ, ਹੋਮ ਮਿਨਿਸਟਰ ਨੇ, ਬੀਜੇਪੀ ਦੇ ਨੇ, ਇਹ ਕਹਿੰਦੇ ਪ੍ਰਧਾਨ ਮੰਤਰੀ ਸਾਨੂੰ ਸਮਾਂ ਦੇਣ। ਸੋ ਇਹੀ ਦੱਸ ਸਕਦੇ ਨੇ ਕਿਹੜੀਆਂ ਏਜੰਸੀਆਂ ਨੇ, ਕਿ ਸਾਨੂੰ ਨਾ ਏਜੰਸੀਆਂ, ਤਾਂ ਧਰਮ ਦੇ ਪੰਥ ਦੇ ਪ੍ਰਚਾਰਕ ਆ। ਦੇਸ਼ ਦੀ ਕੋਈ ਵੀ ਸਰਕਾਰ, ਸਟੇਟ ਦੀ ਸਰਕਾਰ ਆ, ਉਹਦੇ ਨਾਲ ਗੱਲਬਾਤ ਕਰਦੇ ਆ ਅਸੀਂ। ਪੰਥ ਸਾਹਿਬ, ਤੁਸੀਂ ਭਾਈ ਹੋ, ਸੰਤ ਹੋ, ਜਥੇਦਾਰ ਹੋ, ਕੀ ਹੋ ਤੁਸੀਂ? ਮੈਂ ਤਾਂ ਇੱਕ ਸੇਵਾਦਾਰ ਹਾਂ। ਇਹ ਸਾਰੇ ਸਾਮੇ ਅਰਥ ਨੇ, ਵਰਤ ਕੋਈ ਲਿਆ ਜਾਵੇ। ਜਿਸ ਤਰ੍ਹਾਂ ਭਾਈ ਲਫ਼ਜ਼ ਵੀ ਬੜਾ ਪਿਆਰਾ ਗੁਰੂ ਸਾਹਿਬ ਨੇ ਭਾਈ ਸ਼ਬਦ ਬਾਣੀ 'ਚ ਵਰਤਿਆ, ਸ਼ੰਤ ਲਫ਼ਜ਼ ਵੀ ਬਾਣੀ 'ਚ ਵਰਤਿਆ। ਜਥੇਦਾਰ ਜਿਹੜਾ ਸਾਡਾ, ਹੁਣ ਤੁਸੀਂ ਦੇਖੋ, ਜਥੇਦਾਰ ਕੇਵਲ ਤਖਤਾਂ ਦੇ ਜਥੇਦਾਰ ਨਹੀਂ ਹੁੰਦੇ। ਜਥੇਦਾਰ ਤਾਂ ਅਸੀਂ ਸਰਕਲ ਜਥੇਦਾਰ, ਫੀਲਡ ਜਥੇਦਾਰ, ਜ਼ਿਲ੍ਹਾ ਜਥੇਦਾਰ, ਜਥੇਦਾਰ ਤਾਂ ਇੱਕ ਮਤਲਬ ਆਗੂ ਦਾ ਨਾਂ ਜਿਹੜਾ ਹੁੰਦਾ। ਸੋ ਇਹ ਸਾਰੇ ਸਾਮੇ ਅਰਥ ਨੇ, ਕੋਈ ਇਹਨਾਂ ਦਾ ਬਹੁਤਾ ਫਰਕ ਨਹੀਂ ਹੈਗਾ। ਮੈਨੂੰ ਇਕੱਲਾ ਬਲਜੀਤ ਸਿੰਘ ਵੀ ਕਹਿ ਲਓ ਤਾਂ ਮੈਨੂੰ ਕੋਈ ਨਹੀਂ। ਮੈਂ ਤਾਂ ਸਰਬੱਤ ਖਾਲਸਾ ਦੀ ਸਟੇਜ ਤੇ ਵੀ ਕਿਹਾ ਸੀਗਾ ਵੀ ਭਾਈ ਮੈਨੂੰ ਕੋਈ ਸੰਤ ਨਾ ਕਹੋ, ਕੋਈ ਬਾਬਾ ਨਾ ਕਹੋ, ਮੈਨੂੰ ਭਾਈ ਕਹਿ ਲਓ, ਮੈਨੂੰ ਇਕੱਲਾ ਬਲਜੀਤ ਸਿੰਘ ਵੀ ਕਹਿ ਦਿਓ। ਇਹ ਤਾਂ ਸੰਗਤਾਂ ਦਾ ਪਿਆਰ ਆ। ਕੋਈ ਭਾਈ ਵੀ, ਹੁਣ ਤੁਸੀਂ ਮੈਨੂੰ ਭਾਈ ਕਿਹਾ ਤਾਂ ਮੈਂ ਤੁਹਾਨੂੰ ਮਨਾ ਕੀਤਾ। ਤੁਸੀਂ ਇੰਟਰਵਿਊ ਇੱਥੋਂ ਸ਼ੁਰੂ ਕੀਤੀ ਆ, ਕੋਈ ਜਥੇਦਾਰ ਤੋਂ ਸ਼ੁਰੂ ਕਰ ਲੈਂਦਾ, ਕੋਈ ਪ੍ਰਧਾਨ ਜੀ ਤੋਂ ਸ਼ੁਰੂ ਕਰ ਲੈਂਦਾ। ਇਹ ਤਾਂ ਸੰਗਤਾਂ ਦਾ ਪਿਆਰ ਤੇ ਸਤਿਕਾਰ ਆ। ਮੈਂ ਬਲਜੀਤ ਸਿੰਘ ਆ। ਤੁਸੀਂ ਪਿਆਰ ਦੇ ਵਿੱਚ ਕੋਈ ਸ਼ਬਦ ਜਿਹੜਾ ਚਾਹੇ ਭਾਈ ਵਰਤ ਲਓ, ਜਥੇਦਾਰ ਵਰਤ ਲਓ, ਸੰਤ ਵਰਤ ਲਓ, ਬਾਬਾ ਵਰਤ ਲਓ, ਪ੍ਰਧਾਨ ਵਰਤ ਲਓ, ਤੁਹਾਡੇ ਤੇ ਆ। ਪਰ ਮੈਂ ਸਰਬੱਤ ਖਾਲਸਾ ਦੀ ਸਟੇਜ ਦੇ ਉੱਤੇ ਕਹਿ ਚੁੱਕਾ ਕਿ ਮੈਨੂੰ ਸੰਤ ਲਫ਼ਜ਼ ਜਾਂ ਬਾਬਾ ਲਫ਼ਜ਼ ਨਾ ਕਹੋ, ਭਾਈ ਲਫ਼ਜ਼ ਕਹਿ ਦਿਓ, ਮੈਨੂੰ ਕੋਈ ਇਤਰਾਜ਼। ਮੈਨੂੰ ਇਕੱਲਾ ਬਲਜੀਤ ਸਿੰਘ ਕਹਿ ਦਿਓ, ਮੈਨੂੰ ਤਾਂ ਵੀ ਕੋਈ ਇਤਰਾਜ਼ ਨਹੀਂ। ਗੁਰੂ ਸਾਹਿਬ ਦੇ ਬਾਕੀ ਬਖਸ਼ਿਸ਼ ਆ, ਸਾਮਰਥ ਨੇ ਕੋਈ ਬਹੁਤਾ ਫਰਕ ਨਹੀਂ, ਨਾ ਹੀ ਕੋਈ ਕਹਾਏ ਤੇ, ਜੇ ਕੋਈ ਕਹਾਏ ਤੇ ਉਹ ਬਣ ਸਕਦਾ। ਇਹ ਤਾਂ ਸੰਗਤਾਂ ਦਾ ਪਿਆਰ ਆ। ਆਖਰੀ ਚੀਜ਼, ਕਿਹੜੀ ਅਜਿਹੀ ਗੱਲ ਹੈ ਜਿਹੜੀ ਤੁਸੀਂ ਇਸ ਵੇਲੇ ਕੌਮ ਦੇ ਸਾਹਮਣੇ ਬੋਲਣਾ ਚਾਹੁੰਦੇ ਹੋ, ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠੇ ਹੋਏ ਜਥੇਦਾਰ ਨਹੀਂ ਬੋਲ ਪਾਉਂਦੇ? ਮੈਂ ਜਥੇਦਾਰ ਸਾਹਿਬਾਨਾਂ ਨੂੰ ਇਹੀ ਕੌਮ ਨੂੰ ਕਹਿਣਾ ਚਾਹੁੰਦਾ ਵਾ। ਸਭ ਤੋਂ ਪਹਿਲਾਂ ਤਾਂ ਕੌਮ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਗ੍ਰੰਥ ਪੰਥ ਨੂੰ ਸਮਰਪਿਤ ਹੋਈਏ। ਸਾਡੀਆਂ ਸੰਸਥਾਵਾਂ ਪੰਥ ਤੇ ਮਨੁੱਖਤਾ ਦੇ ਭਲੇ ਲਈ ਵਰਤਣ। ਦੇਸ਼ ਕੌਮ ਧਰਮ ਦੀ ਸੇਵਾ ਅਸੀਂ ਚੜ੍ਹਦੀ ਕਲਾ ਯੂਨਿਟੀ ਦੇ ਨਾਲ ਕਰੀਏ। ਔਰ ਜਥੇਦਾਰ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਉਹ ਨਿਰਪੱਖ ਫੈਸਲੇ ਕਰਨ। ਉਹ ਧੜੇ ਦੇ ਜਾਂ ਇੱਕ ਪਰਿਵਾਰ ਦੇ, ਇੱਕ ਦਲ ਦੇ ਜਥੇਦਾਰ ਨਾ ਬਣਨ, ਉਹ ਕੌਮ ਦੇ ਜਥੇਦਾਰ ਬਣ ਕੇ ਕਰਨ। ਨਹੀਂ ਤਾਂ ਫਿਰ ਕੌਮ ਆਪਣੇ ਫੈਸਲੇ, ਪੰਥ ਆਪਣੇ ਫੈਸਲੇ ਆਪ ਲੈਂਦਾ। ਮੈਂ ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ, ਔਰ ਉਸ ਪਰਿਵਾਰ ਨੂੰ ਵੀ ਮੈਂ ਬੇਨਤੀ ਕਰਨੀ, ਅਪੀਲ ਕਰਨੀ ਚਾਹੁੰਦਾ ਕਿ ਬਹੁਤ ਹੋ ਗਿਆ ਪੰਥ ਤੇ ਪੰਜਾਬ ਦਾ, ਸ਼੍ਰੋਮਣੀ ਸੰਸਥਾਵਾਂ ਦਾ ਬਹੁਤ ਨੁਕਸਾਨ ਤੁਸੀਂ ਕਰ ਦਿੱਤਾ। ਸ਼ਾਇਦ ਹੀ ਇਹ ਘਾਟਾ ਪੂਰਾ ਹੋ ਸਕੇ, ਸ਼ਾਇਦ ਹੀ ਇਹ ਸੰਸਥਾਵਾਂ ਸਰਵਾਈਵ ਕਰ ਸਕਣ।
ਵੀ ਹੁਣ ਵਾਸਤਾ ਰੱਬ ਦਾ ਹੁਣ ਇਹਨਾਂ ਦਾ ਖਹਿੜਾ ਛੱਡ ਦਿਓ, ਸਾਡੇ ਤਖਤਾਂ ਦਾ, ਸਾਡੇ ਸ਼੍ਰੋਮਣੀ ਸੰਸਥਾਵਾਂ ਦਾ ਪ੍ਰਬੰਧ ਸੁਚੱਜਾ ਹੋਣ ਦਿਓ। ਇਥੋਂ ਪੰਥ ਦੇ, ਕੌਮ ਦੇ, ਸਮਾਜ ਭਲਾਈ ਦੇ, ਮਨੁੱਖਤਾ ਦੇ, ਕੌਮ ਦੀ ਚੜ੍ਹਦੀ ਕਲਾ ਦੇ ਜਿਹੜੇ ਫੈਸਲੇ ਉਹਨਾਂ ਨੂੰ ਆਉਣ ਦਿਓ। ਆਪਣੇ ਆਪ ਨੂੰ ਆਕਸੀਜਨ ਲੈਣ ਵਾਸਤੇ ਤੁਸੀਂ ਬਹੁਤ ਲੁੱਟ ਲਿਆ, ਲੈਂਡ ਮਾਫੀਆ, ਸੈਂਡ ਮਾਫੀਆ, ਡਰੱਗ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਬਹੁਤ ਕੁਝ ਤੁਸੀਂ ਲੁੱਟ ਲਿਆ। ਗੁਰੂ ਕੀਆਂ ਗੋਲਕਾਂ ਨੂੰ ਵੀ ਬਹੁਤ ਲੁੱਟ ਲਿਆ। ਹੁਣ ਵਾਸਤਾ ਰੱਬ ਦਾ, ਪੰਥ ਦਾ ਖਹਿੜਾ ਛੱਡ ਕੇ ਘਰੇ ਬਹਿ ਜਾਓ। ਬਹੁਤ ਸ਼ੁਕਰੀਆ ਭਾਈ ਸਾਹਿਬ, ਧੰਨਵਾਦ ਜੀ ਤੁਹਾਡਾ। ਫਿਲਹਾਲ ਬਹੁਤ ਸਾਰੇ ਸਵਾਲ ਸੀ, ਬਹੁਤ ਸਾਰੇ ਸ਼ੰਕੇ ਸੀ, ਜਿਨ੍ਹਾਂ ਦੇ ਜਵਾਬ ਖੰਗਾਲਣ ਦੀ ਕੋਸ਼ਿਸ਼ ਕੀਤੀ ਹੈ। ਭਾਈ ਦਾਦੂਵਾਲ ਨੇ ਬਹੁਤ ਸਾਰੀਆਂ ਚੀਜ਼ਾਂ ਕਹੀਆਂ ਨੇ। ਉਮੀਦ ਕਰਦੇ ਕਿ ਇਸ ਇੰਟਰਵਿਊ ਦੇ ਜ਼ਰੀਏ ਤੁਹਾਡੇ ਵੀ ਬਹੁਤ ਸਾਰੇ ਸਵਾਲ ਤੇ ਬਹੁਤ ਸਾਰੀਆਂ ਚੀਜ਼ਾਂ ਹੋਣੀਆਂ ਨੇ ਜਿਹੜੇ ਤੁਹਾਡੇ ਜ਼ਿਹਨ ਦੇ ਵਿੱਚ ਸੀਗੀਆਂ, ਉਹ ਦੂਰ ਹੋਈਆਂ ਹੋਣੀਆਂ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਫਿਲਹਾਲ ਇੱਥੇ ਤੁਹਾਡੇ ਤੋਂ ਅੱਗੇ ਲੈਣੀ ਹੈ ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, TV ਪੰਜਾਬ, ਹਰਿਆਣਾ।